ਦੇ ਬਚਨ ਦੀ ਵਿਆਖਿਆ ਕਰਨੀ ਹੈ। ਗੁਰੂ ਜੀ ਦਾ ਬਚਨ ਹੈ ਕਿ ਗੁਰੂਆਂ ਨੂੰ ਕਦੇ ਕੰਟਰਡਿਕਟ ਨਹੀਂ ਕਰਦੇ, ਗੁਰੂਆਂ ਨੂੰ ਕਦੇ ਕੰਟਰਡਿਕਟ ਨਹੀਂ ਕਰਦੇ। ਤੁਸੀਂ ਇਸ ਵਚਨ ਦੀ ਵਿਆਖਿਆ ਕਰਨਾ, ਉਸ ਤੋਂ ਬਾਅਦ ਫਿਰ ਸਤਸੰਗ ਸਟਾਰਟ ਕਰਨਾ। ਅੰਕਲ ਜੀ ਜੈ ਗੁਰੂ ਜੀ। ਸ਼ੁਕਰਾਨਾ। ਗੁਰੂਆਂ ਨੂੰ ਕਦੀ ਵੀ ਕੰਟਰਡਿਕਟ ਨਹੀਂ, ਕੰਟਰਡਿਕਟ ਨਹੀਂ ਕਰਦੇ। अच्छा, ਇਹ ਬੜੀ ਵੱਡੀ ਗੱਲ ਤੁਸੀਂ ਕੀਤੀ ਆ। ਜਦੋਂ ਗੁਰੂ ਜੀ ਬੈਠੇ ਹੁੰਦੇ ਸੀ ਆਪਣੇ ਮੂਡ ਦੇ ਵਿੱਚ, ਤੇ ਗੁਰੂ ਜੀ ਨਾ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਪਰਮਾਤਮਾ ਦੇ ਉੱਤੇ ਡਿਸਕਸ ਨਹੀਂ ਕਰੀਦੀ, ਆਪਣੇ ਉੱਤੇ ਕਰੋ। ਕਹਿੰਦੇ ਪਰਮਾਤਮਾ ਦਾ ਜੋ ਹੈਗਾ ਉਹ ਤੇ ਅਟਲ ਆ, ਉਹਨੂੰ ਬਦਲਿਆ ਨਹੀਂ ਜਾ ਸਕਦਾ, ਪਰ ਕਹਿੰਦੇ ਜੋ ਸਾਡੇ ਵਿੱਚ ਬਦਲਾਵ ਆ ਸਕਦੇ ਉਹਦੇ ਉੱਤੇ ਕਰਿਆ ਕਰੋ, ਪਰਮਾਤਮਾ ਦੇ ਉੱਤੇ ਡਿਸਕਸ ਨਾ ਕਰਨਾ, ਉਹ ਨਾ ਕੰਟਰੋਵਰਸੀ ਕਰਨਾ। ਸਭ ਪਰਮਾਤਮਾ ਦੇ ਰੂਪ ਹੈਗੇ ਆ, ਜਿੰਨੇ ਵੀ ਗੁਰੂ ਪੀਰ ਮਹਾਂਪੁਰਸ਼ ਜਿੰਨੇ ਵੀ ਧਰਤੀ ਤੇ ਅਵਤਾਰ ਲੈ ਕੇ ਆਏ ਆ, ਸਭ ਇੱਕੋ ਹੀ ਰੂਪ ਆ। ਫਰਕ ਇੰਨਾ ਪੈ ਜਾਂਦਾ ਕਿ ਉਹਨਾਂ ਦੇ ਤਰੀਕੇ ਅਲੱਗ ਆ, ਕਿਉਂਕਿ ਇਹ ਪਰਮਾਤਮਾ ਦੇ ਘਰ ਦਾ ਅਸੂਲ ਆ ਕਿ ਉਹਨੇ ਇੰਨੀ ਦੁਨੀਆ ਜਨਮੀ ਆ, ਹਰ ਦੀ ਸ਼ਕਲ ਅਲੱਗ-ਅਲੱਗ, ਹਰ ਦੇ ਫਿੰਗਰਪ੍ਰਿੰਟਸ ਅਲੱਗ-ਅਲੱਗ, ਹਰ ਦੀ ਨੇਚਰ ਅਲੱਗ-ਅਲੱਗ, ਸਭ ਕੁਝ ਅਲੱਗ। ਸੋ ਇਸ ਕਰਕੇ ਗੁਰੂ ਸਾਹਿਬ ਹਮੇਸ਼ਾ ਕਹਿੰਦੇ ਸੀ ਕਿ ਪਰਮਾਤਮਾ ਦੇ ਉੱਤੇ ਡਿਸਕਸ ਨਹੀਂ ਕਰਨਾ, ਆਪਣੇ ਉੱਤੇ ਕਰੋ। ਜਿਹੜੀ ਗੱਲ ਆਂਟੀ ਨੇ ਸਭ ਤੋਂ ਪਹਿਲਾਂ ਦੱਸੀ ਆ ਕਿ ਗੁਰੂ ਜੀ ਦੇ ਨਾਲ ਜਿਹੜੇ ਪਲ ਅਸੀਂ ਬਿਤਾਏ ਆ, ਮੈਨੂੰ ਕੁਝ ਪਲ ਗੁਰੂ ਜੀ ਦੇ ਨਾਲ ਜਦੋਂ ਅਸੀਂ ਨਵੇਂ ਜੁੜੇ ਸੀ 1985 ਤੋਂ, ਉਸ ਸਮੇਂ ਬੜਾ ਛੋਟਾ ਸੀ ਮੈਂ, ਤੇ ਗੁਰੂ ਜੀ ਨੇ ਬੜੀ ਛੋਟੀ ਉਮਰ ਗੁਰੂ ਜੀ ਨੇ ਬੜੀ ਛੋਟੀ ਉਮਰ ਦੇ ਵਿੱਚ ਸੇਵਾ 'ਚ ਰੱਖ ਲਿਆ ਸੀ ਮੈਨੂੰ। ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ, ਕਹਿੰਦੇ ਦੇਖ 24 ਘੰਟੇ ਤੇਰੇ ਡੈਡੀ ਇੱਥੇ ਸੇਵਾ ਤੇ ਰਹਿੰਦੇ ਆ, ਜਦੋਂ ਉਹ ਕਿਤੇ ਚਲ ਜਾਂਦੇ ਤੇ ਤੂੰ ਆ ਜਾ ਕਰ ਉਹਨਾਂ ਦੀ ਜਗ੍ਹਾ। ਤਾਂ ਮੈਂ ਉਸ ਵੇਲੇ ਸਕੂਲ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਫਿਰ ਗੁਰੂ ਜੀ ਬੁਲਾ ਲੈਂਦੇ ਸੀ ਆਪਣੇ ਕੋਲ, ਤੇ ਮੈਂ ਉੱਥੇ ਹੀ ਫਿਰ ਰਹਿੰਦਾ ਸੀ ਗੁਰੂ ਜੀ ਦੇ ਕੋਲ, ਤੇ ਉੱਥੇ ਹੀ ਸਕੂਲ ਜਾਣਾ, ਸਕੂਲ ਤੋਂ ਵੀ ਉੱਥੋਂ ਵਾਪਸ ਆਣਾ। ਮੇਰੀ ਜਦੋਂ ਉਮਰ 12-13 ਸਾਲ ਦੀ ਸੀ, ਨਿਆਣਪੁਣੇ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਉਸ ਵੇਲੇ ਅਸੀਂ ਪਰਮਾਤਮਾ ਦੇ ਨਾਲ ਆ। ਪਰਮਾਤਮਾ ਸਾਡੇ ਕੋਲੋਂ ਕੀ ਕਰਵਾ ਦਿੰਦਾ। ਨਿਆਣਪੁਣੇ ਛੱਡੋ, ਸਿਆਣੇਪਨ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਕਈ ਵਾਰ। ਗੁਰੂ ਜੀ ਦੀ ਇੱਕ ਨੇਚਰ ਹੁੰਦੀ ਸੀ, ਉਹਨਾਂ ਨੇ ਜਦੋਂ ਵੀ ਕਿਸੇ ਗੱਡੀ ਦੇ ਵਿੱਚ ਬਹਿਣਾ, ਉਹਨੂੰ ਹਮੇਸ਼ਾ ਕਹਿਣਾ ਚੱਲ ਸਿੱਧਾ, ਰਾਈਟ ਲੈ, ਲੈਫਟ ਲੈ, ਰਾਈਟ ਲੈ, ਲੈਫਟ ਲੈ। ਗੁਰੂ ਜੀ ਨੇ ਕਦੀ ਨਹੀਂ ਕਿਹਾ ਕਿਸੇ ਨੂੰ ਕਿ ਮੈਂ ਲੁਧਿਆਣੇ ਜਾਣਾ ਜਾਂ ਅੰਮ੍ਰਿਤਸਰ ਜਾਣਾ ਜਾਂ ਪਟਿਆਲੇ ਜਾਣਾ ਜਾਂ ਦਿੱਲੀ ਜਾਣਾ। ਬਸ ਰਾਈਟ ਲੈਫਟ ਸਿੱਧਾ ਕਹਿੰਦੇ ਸੀਗੇ।
ਤੇ ਜਿੱਥੇ ਗੁਰੂ ਜੀ ਨੇ ਜਾਣਾ ਹੁੰਦਾ ਸੀ ਉੱਥੇ ਕਹਿ ਦਿੰਦੇ ਸੀ ਰੁਕ ਜਾ, ਇੱਥੇ ਬ੍ਰੇਕ ਮਾਰ। ਇੱਕ ਵਾਰ ਦੀ ਗੱਲ ਆ, ਮੈਂ ਉਸ ਵੇਲੇ 12-13 संगत जी आवाज आ रही मेरी? हाँ जी अंकल हुण आ रही है, पिछ दी थोड़ा अच्छा। डिस्टर्बेंस हो गई। अच्छा अच्छा, चलो कोई जय गुरु जी। ਜਦੋਂ ਗੁਰੂ ਜੀ ਤਿਆਰ ਹੋ ਕੇ ਆਪਣੇ ਰੂਮ ਚੋਂ ਬਾਹਰ ਆਏ ਤੇ ਉਸ ਵੇਲੇ ਸੁਭਾਵਕ ਮੈਂ ਗੁਰੂ ਜੀ ਦੇ ਕੋਲ ਇਕੱਲਾ ਸੀਗਾ, ਹੋਰ ਵੀ ਹੁੰਦੇ ਸੀ 2-3 ਸੇਵਾਦਾਰ, ਉਹ ਆਪਣੀ ਸੇਵਾ ਕਰਕੇ ਚੱਲ ਜਾਂਦੇ ਹੁੰਦੇ ਸੀ ਘਰ ਆਪਣੇ। ਤੇ ਮੈਂ ਖੜਾ, ਗੁਰੂ ਜੀ ਨਾ ਲੌਬੀ ਦੇ ਵਿੱਚ ਚੱਕਰ ਕੱਢੀ ਜਾਣ, ਤੇ ਗੁਰੂ ਜੀ ਨੇ ਮੈਨੂੰ ਕਿਹਾ, ਕਹਿੰਦੇ ਇਸ ਵੇਲੇ ਗੱਡੀ ਲੈ ਕੇ ਕੌਣ ਆਏਗਾ ਆਪਣੇ ਕੋਲ? ਤੇ ਮੈਂ ਗੁਰੂ ਜੀ ਨੂੰ, ਛੋਟਾ ਸੀ ਉਸ ਵੇਲੇ, ਤੇ ਮੈਂ ਗੁਰੂ ਨੂੰ ਡਰਦੇ ਡਰਦੇ ਪੁੱਛਿਆ, ਮੈਂ ਗੁਰੂ ਜੀ ਤੁਸੀਂ ਕਿਤੇ ਜਾਣਾ? ਕਹਿੰਦੇ ਹਾਂ ਕਿਸੇ ਨੂੰ ਨਾ ਮੈਂ ਮਿਲਣ ਜਾਣਾ ਸਟੇਸ਼ਨ ਤੇ, ਉਹਦੀ ਟ੍ਰੇਨ ਦਾ ਟਾਈਮ ਹੋ ਗਿਆ ਵਾ। ਤੇ ਮੈਂ ਫਟਾਫਟ ਬੋਲਿਆ, ਮੈਂ ਕਿਹਾ ਗੁਰੂ ਜੀ ਸਾਡੇ ਰਿਲੇਟਿਵਸ ਹੈਗੇ ਉੱਥੇ ਜਲੰਧਰ ਦੇ ਵਿੱਚ, ਜਿਨ੍ਹਾਂ ਦੇ ਥਰੂ ਅਸੀਂ ਗੁਰੂ ਜੀ ਨੂੰ ਮਿਲੇ ਸੀ, ਡੈਡੀ ਦੇ ਮਾਮਾ ਜੀ, ਉਹਨਾਂ ਦੇ ਬੇਟੇ ਕੁਲਬੀਰ ਸਿੰਘ, ਉਹਨਾਂ ਨੂੰ ਅਸੀਂ ਕੋਨੀ ਚਾਚਾ ਜੀ ਕਹਿੰਦੇ ਹੁੰਦੇ ਸੀ। ਤੇ ਮੈਂ ਗੁਰੂ ਜੀ ਨੂੰ ਫਟਾਫਟ ਕਿਹਾ, ਮੈਂ ਕਿਹਾ ਗੁਰੂ ਜੀ ਮੈਂ ਕੋਨੀ ਚਾਚਾ ਜੀ ਨੂੰ ਫੋਨ ਕਰਾਂ, ਉਹ ਗੱਡੀ ਲੈ ਕੇ ਆ ਜਾਣਗੇ? ਕਹਿੰਦੇ ਨਹੀਂ ਨਹੀਂ ਰਹਿਣ ਦੇ, ਉਹ ਨਾ ਫੈਕਟਰੀ ਪਹੁੰਚਿਆ ਹੋਣਾ ਇਸ ਵੇਲੇ, ਉਹਨੂੰ ਕੰਮ ਹੋਣਾ, ਤੇ ਉਹਨੂੰ ਰਹਿਣ ਦੇ, ਉਹਨੂੰ ਨਾ ਫੋਨ ਕਰੀ। ਮੈਂ ਕਿਹਾ ਅੱਛਾ ਗੁਰੂ ਜੀ। ਗੁਰੂ ਜੀ ਫੇਰ ਲੌਬੀ ਦੇ ਵਿੱਚ ਚੱਕਰ ਕੱਢੀ ਜਾਣ, ਔਰ ਮੈਨੂੰ 1-2 ਵਾਰੀ ਗੁਰੂ ਜੀ ਨੇ ਕਿਹਾ, ਕਹਿੰਦੇ ਦੇਖ ਕੋਈ ਬਾਹਰ ਆਇਆ? ਤੇ ਮੈਂ ਬਾਹਰ ਜਾ ਕੇ ਦੇਖਿਆ ਤੇ ਕੋਈ ਵੀ ਨਹੀਂ ਸੀਗਾ, ਤੇ ਮੈਂ ਗੁਰੂ ਜੀ ਨੂੰ ਆ ਕੇ ਦੱਸਿਆ, ਮੈਂ ਕਿਹਾ ਗੁਰੂ ਜੀ ਕੋਈ ਵੀ ਨਹੀਂ ਆਇਆ। ਕਹਿੰਦੇ ਅੱਛਾ, ਕਹਿੰਦੇ ਏਦਾਂ ਕਰ, ਬਿਲਕੁਲ ਗੁਰੂ ਜੀ ਦੇ ਜਿੱਥੇ ਮੰਦਿਰ ਹੁੰਦਾ ਸੀ ਉਹਦੀ ਬੈਕ ਸਾਈਡ ਤੇ ਇੱਕ ਕਾਲੋਨੀ ਹੁੰਦੀ ਸੀਗੀ, 5 ਮਿੰਟ ਦਾ ਰਸਤਾ ਸੀ ਪੈਦਲ ਦਾ ਉੱਥੋਂ। ਮੈਨੂੰ ਕਹਿੰਦੇ ਅਰਜੁਨ ਨੂੰ ਕਹਿ ਗੱਡੀ ਲੈ ਕੇ ਆਵੇ। ਮੈਂ ਫਟਾਫਟ ਸਾਈਕਲ ਚੱਕਿਆ, ਉਸ ਵੇਲੇ ਸਾਈਕਲ ਰੱਖਿਆ ਹੁੰਦਾ ਸੀ ਸਕੂਲ ਜਾਣ ਆਉਣ ਵਾਸਤੇ। ਮੈਂ ਸਾਈਕਲ ਚੱਕਿਆ, ਮੈਂ ਫਟਾਫਟ ਅਰਜੁਨ ਦੇ ਘਰ ਗਿਆ, ਤੇ ਮੈਂ ਉਹਦੇ ਮਦਰ ਸੀਗੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਅਰਜੁਨ? ਕਹਿੰਦੇ ਜੀ ਘਰ ਹੀ ਆ। ਤੇ ਮੈਂ ਕਿਹਾ ਜੀ ਗੁਰੂ ਜੀ ਬੁਲਾ ਰਹੇ, ਗੱਡੀ ਲੈ ਕੇ ਪਹੁੰਚੋ ਫਟਾਫਟ। ਤੇ ਮੈਂ ਉੱਥੋਂ ਉਹਨਾਂ ਨੂੰ ਮੈਸੇਜ ਦੇ ਕੇ ਮੈਂ ਨਿਕਲ ਗਿਆ, ਮੈਂ ਕਿਹਾ ਗੁਰੂ ਜੀ ਇਕੱਲੇ ਹੈਗੇ ਮੰਦਿਰ ਤੇ ਮੈਂ ਜਾ ਰਿਹਾ, ਤੇ ਅਰਜੁਨ ਨੂੰ ਕਹੋ ਗੱਡੀ ਲੈ ਕੇ ਪਹੁੰਚੇ ਉੱਥੇ। ਤੇ 5-10 ਮਿੰਟ ਦੇ ਵਿੱਚ ਉਹ ਵੀ ਗੱਡੀ ਲੈ ਕੇ ਆ ਗਏ। ਤੇ ਜਿੱਦਾਂ ਹੀ ਉਹ ਆਏ, ਉਹਨਾਂ ਨੇ ਆਂਦੇ ਹੀ ਮੱਥਾ ਟੇਕਿਆ, ਉਹਨਾਂ ਨੇ ਪੁੱਛਿਆ ਕਿ ਗੁਰੂ ਜੀ ਕਿਤੇ ਜਾਣਾ? ਕਹਿੰਦੇ ਲਿਆ ਚਾਬੀ ਮੈਨੂੰ ਦੇ ਦੇ, ਤੂੰ ਜਾ। ਮੈਂ ਉੱਥੇ ਖੜਾ ਸਾਰਾ ਗੁਰੂ ਜੀ ਦਾ ਕੌਤਕ ਦੇਖਦਾ ਪਿਆ ਸੀ, ਕਿਉਂਕਿ ਗੁਰੂ ਜੀ ਦੇ ਕੌਤਕ ਅਸੀਂ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਦੇਖਦੇ ਸੀ। ਗੁਰਬਾਣੀ ਦੇ ਵਿੱਚ ਲਾਈਨ ਹੈਗੀ ਨਾ, ਸਾਹਿਬ ਮੇਰਾ ਨਿਤ ਨਵਾਂ, ਸਦਾ ਸਦਾ ਦਾਤਾਰ। ਸਾਹਿਬ ਪਰਮਾਤਮਾ ਨੂੰ ਕਿਹਾ ਗਿਆ, ਨਿਤ ਨਵਾਂ, ਉਹਦਾ ਰੂਪ ਰੋਜ਼ ਕੋਈ ਨਾ ਕੋਈ ਨਵਾਂ ਹੀ ਹੁੰਦਾ, ਉਹਨੂੰ ਕੋਈ ਨਹੀਂ ਜਾਣ ਸਕਦਾ, ਉਹਨੂੰ ਕੋਈ ਨਹੀਂ ਪਹਿਚਾਨ ਸਕਦਾ। ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਪਹਿਚਾਨ ਦੇ ਦੇਵੇ, ਆਪਣੀ ਜਾਣਕਾਰੀ ਦੇ ਦੇਵੇ ਤੇ ਦੇ ਦੇਵੇ,
ਅਦਰਵਾਈਜ਼ ਉਹਨੂੰ ਕੋਈ ਨਹੀਂ ਲੱਭ ਸਕਦਾ। ਉਹ ਵੇਖੇ ਉਹ ਨਜ਼ਰ ਨਾ ਆਵੇ, ਕਿੰਨੀ ਵੱਡੀ ਲਾਈਨ ਆ। ਉਹ ਵੇਖੇ ਉਹ ਨਜ਼ਰ ਨਾ ਆਵੇ। ਉਹ ਵੇਖਦਾ ਤੇ ਪਿਆ ਸਭ ਨੂੰ, ਪਰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਗੁਰੂ ਜੀ ਨੇ ਉਹਨੂੰ ਕਿਹਾ ਕਿ ਚਾਬੀ ਦੇ ਤੇ ਤੂੰ ਜਾ। ਮੈਂ ਸੋਚਿਆ ਮਨਾ, ਗੁਰੂ ਜੀ ਨੇ ਤੇ ਕਿਤੇ ਜਾਣਾ ਸੀ ਜਲਦੀ, ਤੇ ਅਰਜੁਨ ਦੀ ਗੱਡੀ ਦੀ ਚਾਬੀ ਲਿੱਤੀ ਤੇ ਗੁਰੂ ਜੀ ਨੇ ਉਹਨੂੰ ਭੇਜ ਦਿੱਤਾ, ਤੇ ਗੱਡੀ ਕੌਣ ਚਲਾਏਗਾ? ਉਸ ਵੇਲੇ ਮੈਨੂੰ ਪਤਾ ਸੀ ਗੁਰੂ ਜੀ ਨੇ ਜਦੋਂ ਚੰਡੀਗੜ੍ਹ ਰਹਿੰਦੇ ਹੁੰਦੇ ਸੀ, ਉਹਨਾਂ ਨੇ ਫੀਟ ਕਾਰ ਆਪਣੇ ਕੋਲ ਰੱਖੀ ਹੁੰਦੀ ਸੀ, ਗੁਰੂ ਜੀ ਡਰਾਈਵ ਕਰ ਲੈਂਦੇ ਸੀਗੇ। ਮੈਂ ਮਨ 'ਚ ਸੋਚਿਆ, ਮੈਂ ਕਿਹਾ ਗੁਰੂ ਜੀ ਨੇ ਇਕੱਲਿਆਂ ਨੇ ਜਾਣਾ ਹੋਣਾ ਕਿਤੇ। ਉਹ ਚਲਾ ਗਿਆ। 10 ਮਿੰਟ ਬਾਅਦ ਗੁਰੂ ਜੀ ਨੇ ਮੈਨੂੰ ਇਸ਼ਾਰਾ ਕੀਤਾ, ਕਹਿੰਦੇ ਫਟਾਫਟ ਤਾਲੇ ਲਾ, ਚਲਾ ਫਟਾਫਟ ਬਾਹਰ ਚਲੀਏ ਆਪਾਂ। ਮੈਂ ਆਪਣੇ ਤਾਲੇ ਲਗਾਉਣ ਲੱਗ ਪਿਆ। ਇੱਕੋ ਹੀ ਤਾਲਾ ਲੱਗਦਾ ਸੀ ਮੇਨ ਗੇਟ ਨੂੰ। ਤਾਲਾ ਲਗਾਇਆ ਤੇ ਮੈਂ ਜਿੱਦਾਂ ਹੀ ਬਾਹਰ ਆਇਆ ਤੇ ਗੁਰੂ ਜੀ ਨਾ ਡਰਾਈਵਰ ਸਾਈਡ ਸੀਟ ਤੇ ਬੈਠੇ ਹੋਏ, ਤੇ ਮੈਂ ਆ ਕੇ ਖੜਾ ਹੋ ਗਿਆ ਉੱਥੇ। ਮੈਂ ਇੱਧਰ ਉੱਧਰ ਦੇਖਣ ਲੱਗ ਪਿਆ, ਮੈਂ ਗੁਰੂ ਜੀ ਤੇ ਇੱਥੇ ਬੈਠੇ ਆ, ਤੇ ਗੱਡੀ ਕੌਣ ਚਲਾਏਗਾ? ਗੁਰੂ ਜੀ ਨੇ ਮੈਨੂੰ ਇਸ਼ਾਰਾ ਕੀਤਾ, ਕਹਿੰਦੇ ਇੱਧਰ ਆ ਕੇ ਬੈਠ ਜਾ। ਮੈਂ ਫਟਾਫਟ ਦੌੜਿਆ, ਦੌੜ ਕੇ ਉੱਧਰ ਦੀ ਸਾਈਡ ਤੇ ਜਾ ਕੇ ਬੈਠ ਗਿਆ। ਮੈਨੂੰ ਕਹਿੰਦੇ ਆ ਲੈ ਫੜ ਚਾਬੀ, ਗੱਡੀ ਚਲਾ। ਮੈਂ ਕਿਹਾ ਗੁਰੂ ਜੀ ਮੈਂ ਕਦੀ ਗੱਡੀ ਨਹੀਂ ਚਲਾਈ, ਨਾਲੇ ਮੇਰੀ ਉਮਰ ਬੜੀ ਛੋਟੀ ਆ, ਮੈਨੂੰ ਤਾਂ ਸਕੂਟਰ ਨਹੀਂ ਆਉਂਦਾ ਚਲਾਣਾ, ਗੱਡੀ ਕਿੱਥੋਂ ਚਲਾਉਂਗਾ ਮੈਂ? ਮੈਨੂੰ ਕਹਿੰਦੇ ਆ ਚਾਬੀ ਫੜ, ਸੈਲਫ ਮਾਰ, ਬੜੀ ਸੌਖੀ ਆ ਗੱਡੀ ਚਲਾਣੀ। ਆ ਪਹਿਲਾ ਗੇਅਰ ਆ, ਦੂਜਾ ਗੇਅਰ ਆ, ਤੀਜਾ ਹੈ, ਚੌਥਾ, ਉੱਥੇ ਤੱਕ ਜਾਣ ਦੀ ਲੋੜ ਨਹੀਂ, ਵਿਚਕਾਰਲੀ ਬ੍ਰੇਕ ਆ, ਇਹਨੂੰ ਫੜਨਾ, ਇਹਨੂੰ ਛੱਡਣਾ ਐਕਸੀਲੇਟਰ ਨੂੰ, ਤੇ ਰੇਸ ਨੂੰ ਦੱਬਣਾ। ਏਦਾਂ ਕਰਕੇ ਉਹਨਾਂ ਨੇ ਮੈਨੂੰ ਸਮਝਾਇਆ, ਤੇ ਮੈਂ ਥੋੜਾ ਜਿਹਾ ਡਰ ਵਿੱਚ ਆ ਗਿਆ। ਮੈਂ ਕਿਹਾ ਯਾਰ ਮੈਂ ਗੱਡੀ ਕਦੀ ਚਲਾਈ ਨਹੀਂ, ਮੈਨੂੰ ਪਤਾ ਹੀ ਨਹੀਂ ਗੱਡੀ ਬਾਰੇ, ਮੈਨੂੰ ਇਹਦੀ ABC ਨਹੀਂ ਪਤਾ, ਤੇ ਮੈਂ ਕਿੱਦਾਂ ਚਲਾਵਾਂਗਾ? ਗੁਰੂ ਜੀ ਕਹਿੰਦੇ ਸੈਲਫ ਮਾਰ ਫਟਾਫਟ। ਮੈਂ ਗੁਰੂ ਜੀ ਨੇ ਹੀ ਉਹ ਲੀਵਰ ਫੜ ਕੇ ਨਿਊਟਰਲ ਗੱਡੀ ਕੀਤੀ, ਤੇ ਮੈਨੂੰ ਕਹਿੰਦੇ ਹੁਣ ਮਾਰ ਸੈਲਫ। ਮੈਂ ਸੈਲਫ ਮਾਰਿਆ ਤੇ ਗੱਡੀ ਸਟਾਰਟ ਨਹੀਂ ਹੋਈ, ਤੇ ਕਹਿੰਦੇ ਥੋੜਾ ਲੰਬਾ ਮਾਰ ਸੈਲਫ। ਥੋੜਾ ਲੰਬਾ ਮਾਰਿਆ, ਗੱਡੀ ਸਟਾਰਟ ਹੋ ਗਈ। ਦਿਲ ਦੇ ਵਿੱਚ ਡਰ ਲੱਗੇ ਕਿ ਯਾਰ ਗੱਡੀ ਮੈਂ ਅੱਜ ਚਲਾਣੀ ਆ, ਪਰ ਗੁਰੂ ਜੀ ਦਾ ਹੁਕਮ ਆ, ਗੁਰੂ ਜੀ ਦਾ ਹੁਕਮ ਵੀ ਨਹੀਂ ਟਾਲ ਸਕਦੇ ਅਸੀਂ। ਤੇ ਮੈਨੂੰ ਕਿਹਾ ਆ ਫਸਟ ਗੇਅਰ ਪਾ, ਉਹਨੂੰ ਦੱਬ ਐਕਸੀਲੇਟਰ ਨੂੰ, ਰੇਸ ਨੂੰ ਥੋੜਾ ਥੋੜਾ ਛੱਡ, ਤੇ ਐਕਸੀਲੇਟਰ ਥੋੜਾ ਛੱਡ ਤੇ ਰੇਸ ਨੂੰ ਥੋੜਾ ਦਬਾ, ਤੇ ਗੱਡੀ ਅੱਗੇ ਚੱਲੇਗੀ। ਲੋ ਜੀ, ਉਹ 2-3 ਮਿੰਟ ਦੇ ਵਿੱਚ ਗੁਰੂ ਜੀ ਨੇ ਐਸੀ ਮੇਰੀ ਮੱਤ ਦੇ ਉੱਤੇ ਹੱਥ ਰੱਖਿਆ। ਮੱਤ ਪੱਤ ਦੇ ਆਪ ਹੀ ਰਖਵਾਲੇ ਹੁੰਦੇ ਆ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਲੋਕ ਸੋਚਦੇ ਆ ਕਿ ਆਹ ਕੰਮ ਕੀਤਾ ਹੈ ਮੈਂ ਕੀਤਾ, ਉਹ ਕੰਮ ਕੀਤਾ ਹੈ ਮੈਂ ਕੀਤਾ। ਜਦੋਂ ਕੋਈ ਨੁਕਸਾਨ ਹੋ ਜਾਂਦਾ ਤੇ ਅਸੀਂ ਕਿ ਪਰਮਾਤਮਾ ਨੂੰ ਕਹਿੰਦੇ ਆ ਕਿ ਇਹ ਤਾਂ ਤੂੰ ਕੀਤਾ। ਨਹੀਂ, ਜੇ ਚੰਗਾ ਸਾਡੇ ਨਾਲ ਹੁੰਦਾ ਤੇ ਉਹ ਵੀ ਪਰਮਾਤਮਾ ਕਰਦਾ, ਤੇ ਜੇ ਬੁਰਾ ਕਈ ਵਾਰ ਹੋ ਜਾਂਦਾ ਤੇ ਉਹ ਵੀ ਪਰਮਾਤਮਾ ਹੀ ਕਰਦਾ। ਇਹ ਸਾਡੇ ਕਰਮਾਂ ਦੇ ਹਿਸਾਬ ਨਾਲ ਪਰਮਾਤਮਾ ਸਾਨੂੰ ਦਿੰਦਾ। ਐਸੀ ਉਸ ਵੇਲੇ ਮੱਤ ਦੇ ਉੱਤੇ ਹੱਥ ਰੱਖਿਆ ਗੁਰੂ ਜੀ ਨੇ। ਲਓ ਜੀ, ਮੈਂ ਏਦਾਂ ਗੱਡੀ ਲੈ ਗਿਆ ਜਿੱਦਾਂ ਮੈਨੂੰ ਗੱਡੀ ਚਲਾਣੀ ਆਉਂਦੀ ਹੈ। ਮੈਂ ਬੜਾ ਖੁਸ਼। ਮੈਂ ਕਿਹਾ ਵਾਹ ਵਾਹਿਆ, ਅੱਜ ਤਾਂ ਤੂੰ ਗੱਡੀ ਚਲਾ ਰਿਹਾ ਤੂੰ। ਪਰ ਮੈਂ
ਗੁਰੂ ਜੀ ਨਾਲ ਬੈਠੇ ਸੀ। ਮੈਂ ਸਿਰਫ ਸੈਕਿੰਡ ਗੇਅਰ ਦੇ ਉੱਤੇ ਹੀ ਲੈ ਕੇ ਗਿਆ, ਸਲੋ ਸਲੋ, ਡਰਦੇ ਡਰਦੇ ਕਿ ਕੋਈ ਨੁਕਸਾਨ ਨਾ ਹੋ ਜਾਏ। ਗੁਰੂ ਜੀ ਨਾਲ ਬੈਠੇ ਆ, ਕਿਸੇ ਦੀ ਗੱਡੀ ਆ। ਤੇ ਹੌਲੇ ਹੌਲੇ ਅਸੀਂ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਤੇ ਪਹੁੰਚੇ ਤੇ ਮੈਂ ਉਤਰਿਆ, ਗੁਰੂ ਜੀ ਦਾ ਦਰਵਾਜ਼ਾ ਖੋਲਿਆ ਤੇ ਗੁਰੂ ਜੀ ਮੈਨੂੰ ਕਹਿੰਦੇ ਤੂੰ ਇੱਥੇ ਖੜਾ ਹੋ, ਮੈਂ 1 ਮਿੰਟ ਮਿਲ ਕੇ ਆਇਆ। ਗੁਰੂ ਜੀ ਅੰਦਰ ਚਲੇ ਗਏ ਸਟੇਸ਼ਨ ਤੇ। ਸਟੇਸ਼ਨ ਤੇ ਗਏ ਤੇ 15-20 ਮਿੰਟ ਲੱਗੇ, ਉਹ ਬਾਹਰ ਆ ਗਏ। ਕਹਿੰਦੇ ਚੱਲ ਵਾਪਸ ਮੰਦਿਰ ਚਲੀਏ। ਅਸੀਂ ਵਾਪਸ ਮੰਦਿਰ ਵੀ ਅਸੀਂ ਆ ਗਏ। ਪਰ ਇੱਕ ਮਨੋ ਮਨ ਉਸ ਵੇਲੇ ਉਮਰ ਏਦਾਂ ਦੀ ਹੁੰਦੀ ਆ ਕਿ ਕੋਈ ਐਡਾ ਵੱਡਾ ਕੰਮ ਕੀਤਾ ਹੋਵੇ, ਅੰਦਰੋਂ ਖੁਸ਼ੀ ਬੜੀ ਹੁੰਦੀ ਆ। ਮੈਂ ਮਨੋ ਮਨ ਬੜਾ ਖੁਸ਼। ਸ਼ਾਮ ਤੱਕ ਉੱਥੇ ਜਿੰਨੇ ਸੇਵਾਦਾਰ ਆਏ, ਜਿੰਨੀ ਸੰਗਤ ਚ ਬੰਦੇ ਆਏ, ਮੈਂ ਸਭ ਨੂੰ ਦੱਸਿਆ। ਮੈਂ ਕਿਹਾ ਮੈਂ ਅੱਜ ਗੱਡੀ ਚਲਾਈ ਔਰ ਗੁਰੂ ਜੀ ਦੇ ਨਾਲ, ਗੁਰੂ ਜੀ ਨੂੰ ਲੈ ਕੇ ਗਿਆ। ਸਾਰੇ ਬੜੇ ਖੁਸ਼ ਹੋਏ। ਅੰਦਰੋਂ ਮੇਰੇ ਵੀ ਬੜੀ ਖੁਸ਼ੀ ਸੀ। ਮੈਂ ਕਿਹਾ ਯਾਰ, ਇਸ ਉਮਰ ਦੇ ਵਿੱਚ ਮੈਨੂੰ ਸਕੂਟਰ ਨਹੀਂ ਆਂਦਾ ਚਲਾਣਾ, ਮੋਟਰਸਾਈਕਲ ਨਹੀਂ ਆਂਦਾ, ਗੁਰੂ ਜੀ ਨੇ ਗੱਡੀ ਚਲਵਾਤੀ। ਬੜਾ ਖੁਸ਼। ਮੈਨੂੰ ਫਿਰ ਗੁਰੂ ਜੀ ਨੇ ਕਿਹਾ ਸ਼ਾਮ ਨੂੰ, ਕਹਿੰਦੇ ਲੈ ਤੂੰ ਤੇ ਹੁਣ ਗੱਡੀ ਚਲਾਣੀ ਸਿੱਖ ਗਿਆ, ਹੁਣ ਕੋਈ ਵੀ ਕੰਮ ਕਰਨੇ ਆ ਨਾ, ਤੂੰ ਗੱਡੀ ਲੈ ਕੇ ਜਾਇਆ ਕਰ ਕੱਲਾ, ਕਿਸੇ ਨੂੰ ਨਾਲ ਲਿਜਾਣ ਦੀ ਲੋੜ ਨਹੀਂ ਹੁਣ ਤੈਨੂੰ। ਮੈਂ ਕਿਹਾ ਹਾਂਜੀ ਗੁਰੂ ਜੀ, ਬਿਲਕੁਲ। ਉਸ ਦਿਨ ਤੋਂ ਬਾਅਦ ਕੋਈ ਵੀ ਗੁਰੂ ਜੀ ਨੇ ਕੋਈ ਕੰਮ ਕਹਿਣਾ ਮੈਨੂੰ, ਮੈਂ ਕਿਸੇ ਅੰਕਲ ਦੀ ਗੱਡੀ ਲੈਣੀ, ਮੈਂ ਆਪਣਾ ਕੰਮ ਕਰਕੇ ਤੇ ਵਾਪਸ ਆ ਜਾਇਆ ਕਰਨਾ। 2-4 ਦਿਨ ਬਾਅਦ ਗੁਰੂ ਜੀ ਦੇ ਸਿਸਟਰ ਕ੍ਰਿਸ਼ਨਾ ਆਂਟੀ, ਜੋ ਕਪੂਰਥਲੇ ਰਹਿੰਦੇ ਸੀ, ਅੱਜ ਵੀ ਉੱਥੇ ਰਹਿੰਦੇ ਆ, ਉਹਨਾਂ ਨੇ ਕਿਸੇ ਕੰਮ ਲੁਧਿਆਣੇ ਜਾਣਾ ਸੀ ਤੇ ਗੁਰੂ ਜੀ ਕੋ ਆਏ ਜਲੰਧਰ। ਤੇ ਗੁਰੂ ਜੀ ਨੇ ਉਹਨਾਂ ਨੂੰ ਰੋਕਿਆ, ਕਹਿੰਦੇ ਰੁਕ ਜਾ, ਮੈਂ ਭੇਜਦਾ ਤੈਨੂੰ ਲੁਧਿਆਣੇ। ਗੁਰੂ ਜੀ ਨੇ ਕਿਸੇ ਨੂੰ ਕਿਹਾ, ਕਹਿੰਦੇ ਇੱਕ ਛਾਬੜਾ ਫੈਮਿਲੀ ਹੁੰਦੇ ਸੀਗੇ, ਕਹਿੰਦੇ ਜਾ ਛਾਬੜੇ ਨੂੰ ਬੁਲਾ ਕੇ ਲਿਆ, ਉਹ ਗੱਡੀ ਲੈ ਕੇ ਆਵੇ ਆਪਣੀ। ਉਹ ਲੈ ਆਏ। ਉਸ ਵੇਲੇ ਮਾਰੂਤੀ ਵੈਨ ਸੀ ਉਹਨਾਂ ਕੋਲ, ਲੈ ਕੇ ਆ ਗਏ ਉਹ। ਗੁਰੂ ਜੀ ਨੇ ਕਿਹਾ ਕਿ ਇਹਨੂੰ ਲੁਧਿਆਣੇ ਲੈ ਕੇ ਜਾਣਾ, ਕ੍ਰਿਸ਼ਨਾ ਆਂਟੀ ਨੂੰ। ਅਸੀਂ ਕਿਹਾ ਠੀਕ ਹੈ ਜੀ। ਮੈਨੂੰ ਕਹਿੰਦਾ ਤੂੰ ਨਾਲ ਚੱਲ ਜਾ, ਗੱਡੀ ਤੂੰ ਚਲਾਈ। ਮੈਂ ਬੜੀ ਸੋਚਾਂ 'ਚ ਪੈ ਗਿਆ। ਮੈਂ ਕਿਹਾ ਗੁਰੂ ਜੀ ਲੋਕਲ ਤੇ ਠੀਕ ਆ, ਮੈਂ ਕਦੀ ਉਹ ਕਹਿੰਦੇ ਨਹੀਂ ਨਹੀਂ, ਉਹ ਜੀਟੀ ਰੋਡ ਤੇ ਚਲਾਣੀ ਬੜੀ ਸੌਖੀ ਆ ਗੱਡੀ, ਤੂੰ ਲੈ ਕੇ ਜਾ, ਦੇਖੀ ਤੂੰ ਕਿੰਨੀ ਵਧੀਆ ਚੱਲਦੀ ਗੱਡੀ। ਮੈਂ ਗੁਰੂ ਜੀ ਨੂੰ ਮੱਥਾ ਟੇਕਿਆ, ਉਹਨਾਂ ਦੇ ਚਰਨਾਂ ਦੇ ਉੱਤੇ, ਤੇ ਮੈਂ ਔਰ ਛਾਬੜਾ ਸਾਹਿਬ ਅਸੀਂ ਕ੍ਰਿਸ਼ਨਾ ਆਂਟੀ ਨੂੰ ਲੈ ਕੇ ਲੁਧਿਆਣੇ ਚਲੇ। ਤੇ ਸਾਨੂੰ ਇਹ ਸੀਗਾ ਕਿ ਕ੍ਰਿਸ਼ਨਾ ਆਂਟੀ ਅੱਗੇ ਬੈਠਣ, ਤੇ ਕ੍ਰਿਸ਼ਨਾ ਆਂਟੀ ਕਹਿੰਦੇ ਨਹੀਂ ਨਹੀਂ, ਉਹ ਬੱਚੇ ਵੇਖ ਕੇ ਡਰ ਗਏ, ਕਹਿੰਦੇ ਇਹ ਤਾਂ ਬੱਚੇ ਆ, ਇਹ ਮੈਨੂੰ ਲੁਧਿਆਣੇ ਲੈ ਕੇ ਜਾ ਰਹੇ। ਕਹਿੰਦੇ ਨਹੀਂ ਮੈਂ ਪਿੱਛੇ ਬੈਠਾਂਗੀ, ਕੋਈ ਵੀ ਚਿੰਤਾ ਨਾ ਕਰ। ਗੁਰੂ ਜੀ ਦੇ ਆਸ਼ੀਰਵਾਦ ਨਾਲ ਇੰਨੇ ਵਧੀਆ ਤਰੀਕੇ ਨਾਲ ਉਸ ਵੇਲੇ ਲੈ ਵੀ ਗਿਆ, ਉਹਨਾਂ ਨੂੰ ਲੈ ਕੇ ਵੀ ਆ ਗਿਆ। ਬੜੇ ਖੁਸ਼ ਗੁਰੂ ਜੀ ਜਦੋਂ ਅਸੀਂ ਆਏ ਉੱਥੇ ਵਾਪਸ। ਰਾਤ ਦਾ ਟਾਈਮ ਸੀ, 7-8 ਵਜੇ ਦਾ ਟਾਈਮ, ਬੜੇ ਖੁਸ਼। ਉਸ ਵੇਲੇ ਫਿਰ ਕਿਸੇ ਹੋਰ ਅੰਕਲ ਨੂੰ ਬੋਲਿਆ ਸੀ ਗੁਰੂ ਜੀ ਨੇ ਕਿ ਕ੍ਰਿਸ਼ਨਾ ਆਂਟੀ ਨੂੰ ਕਪੂਰਥਲੇ ਛੱਡ ਕੇ ਆਣਾ, ਤੇ ਉਦੋਂ ਵੀ ਨਾਲ ਮੈਂ ਹੀ ਗਿਆ ਸੀ। ਗੁਰੂ ਜੀ ਧਿਆਨ ਬਹੁਤ ਰੱਖਦੇ ਹੁੰਦੇ ਸੀ ਹਰ ਚੀਜ਼ ਦਾ, ਹਰ ਗੱਲ ਦਾ।
ਕੋਈ ਵੀ ਸੰਗਤ ਆਂਦੀ ਹੁੰਦੀ ਸੀ ਨਾ ਗੁਰੂ ਜੀ ਦੇ ਕੋਲ, ਉਹਨੂੰ ਪੁੱਛਦੇ ਹੁੰਦੇ ਸੀ, ਕਿੱਥੋਂ ਆਇਆ, ਕਿੱਦਾਂ ਆਇਆ ਤੂੰ? ਜੋ ਕਹਿ ਦਿੰਦਾ ਸੀ ਨਾ ਗੁਰੂ ਜੀ, ਮੈਂ ਬੱਸ ਤੇ ਆਇਆ ਜਾਂ ਰਿਕਸ਼ਾ ਤੇ ਆਇਆ ਜਾਂ ਏਦਾਂ ਆਇਆ, ਜੇ ਕਿਤੇ ਲੇਟ ਹੋ ਜਾਂਦਾ ਸੀ ਤੇ ਗੁਰੂ ਜੀ ਨੇ ਕਹਿਣਾ, ਇੱਕ ਮਿੰਟ ਬਹਿ ਜਾ, ਮੈਂ ਤੈਨੂੰ ਕਿਸੇ ਨਾਲ ਭੇਜ, ਉਹ ਤੈਨੂੰ ਘਰ ਛੱਡ ਕੇ ਆਏਗਾ। ਬੜਾ ਧਿਆਨ ਰੱਖਦੇ ਹੁੰਦੇ ਸੀ ਹਰ ਇੱਕ ਸੰਗਤ ਦਾ, ਹਰ ਇੱਕ ਇਨਸਾਨ ਦਾ। ਗੁਰੂ ਜੀ ਨੇ ਇੰਨਾ ਧਿਆਨ ਰੱਖਣਾ। ਕੋਈ ਵੀ ਗੁਰੂ ਜੀ ਦੇ ਕੋਲ ਆਂਦਾ ਸੀ, ਗੁਰੂ ਜੀ ਕਹਿੰਦੇ ਹੁੰਦੇ ਸੀ ਉਹਨੂੰ, ਕਹਿੰਦੇ ਤੁਸੀਂ ਆਂਦੇ ਆਪਣੀ ਮਰਜ਼ੀ ਨਾਲ ਹੋ, ਪਰ ਜਾਂਦੇ ਤੁਸੀਂ ਮੇਰੀ ਮਰਜ਼ੀ ਨਾਲ ਹੋ। ਤੇ ਕਹਿੰਦੇ ਜੇ ਮੇਰੀ ਮਰਜ਼ੀ ਨਾਲ ਤੁਸੀਂ ਜਾ ਰਹੇ ਹੋ ਤੇ ਕਹਿੰਦੇ ਫਿਰ ਮੇਰਾ ਧਿਆਨ, ਮੇਰਾ ਫਰਜ਼ ਬਣਦਾ ਤੁਹਾਨੂੰ ਸਹੀ ਸਲਾਮਤ ਘਰ ਪਹੁੰਚਾਉਣਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਖੂਬ ਗੱਡੀ ਚਲਾਣੀ ਸਿੱਖ ਗਿਆ, ਫਸਟ ਕਲਾਸ ਟ੍ਰੇਨਡ ਹੋ ਗਿਆ, ਤੇ ਗੁਰੂ ਜੀ ਦੇ ਸੰਗਤ ਦੇ ਵਿੱਚ ਹੀ ਪੰਜਾਬ ਦੇ ਏਡੀਜੀਪੀ ਮਹਿਲ ਸਿੰਘ ਭੁੱਲਰ, ਪੁਲਿਸ ਦੇ ਵਿੱਚ ਬੜੇ ਵੱਡਾ ਅਹੁਦਾ ਉਹਨਾਂ ਦਾ, ਉਹ ਆਂਦੇ ਹੁੰਦੇ ਸੀ ਤੇ ਮੇਰੀ ਉਹਨਾਂ ਨਾਲ ਬੜੀ ਗੱਲਬਾਤ ਸੀਗੀ। ਉਹ ਮੈਨੂੰ ਬੜਾ ਪਸੰਦ ਕਰਦੇ ਹੁੰਦੇ ਸੀ। ਉਹ ਇਸ ਕਰਕੇ ਪਸੰਦ ਕਰਦੇ ਸੀ ਕਿ ਉਹ ਸਪੋਰਟਸਮੈਨ ਨੂੰ ਬੜਾ ਪ੍ਰਮੋਟ ਕਰਦੇ ਹੁੰਦੇ ਸੀ। ਉਹਨਾਂ ਨੇ ਹਮੇਸ਼ਾ ਮੈਨੂੰ ਵੇਖ ਕੇ ਨਾ, ਕੱਦ ਕਾਠ ਚੰਗਾ ਹੁੰਦਾ ਸੀ ਤੇ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਨਾ ਪੁਲਿਸ ਵਿੱਚ ਆ ਜਾ, ਤੇਰੀ ਡਾਇਰੈਕਟ ਭਰਤੀ ਕਰਾਂਗਾ, ਉਹ ਤੈਨੂੰ ਨਾ ਹੈਂਡਬਾਲ ਦਾ ਗੋਲਚੀ ਬਣਾਵਾਂਗਾ ਮੈਂ। ਮੈਨੂੰ ਉਸ ਵੇਲੇ ਕ੍ਰਿਕਟ ਦਾ ਬੜਾ ਸ਼ੌਂਕ ਹੁੰਦਾ ਸੀ। ਮੈਂ ਕਦੀ ਹੈਂਡਬਾਲ ਕਦੀ ਦੇਖੀ ਵੀ ਨਹੀਂ ਸੀ, ਕਿੱਦਾਂ ਖੇਡੀ ਜਾਂਦੀ ਹੈ ਤੇ ਮੈਨੂੰ ਨਹੀਂ ਪਤਾ ਸੀ। ਪਰ ਉਸ ਵੇਲੇ ਇਹ ਮੈਨੂੰ ਪਤਾ ਲੱਗ ਗਿਆ ਸੀ ਕਿ ਮਹਾਭਾਰਤ ਜਿਹੜੀ ਅਸੀਂ ਸਾਰਿਆਂ ਨੇ ਦੇਖੀ ਹੈ ਸ਼ਾਇਦ, ਮਹਾਭਾਰਤ ਦੇ ਵਿੱਚ ਜਿਹੜਾ ਭੀਮ ਦਾ ਰੋਲ ਜਿਹਨੇ ਕੀਤਾ, ਪ੍ਰਵੀਨ ਕੁਮਾਰ ਪੰਜਾਬ ਪੁਲਿਸ ਦੇ ਵਿੱਚ ਹੁੰਦਾ ਸੀ। ਉਹ ਭੁੱਲਰ ਸਾਹਿਬ ਦੇ ਅੰਡਰ ਹੀ ਹੁੰਦਾ ਸੀ ਤੇ ਉਹ ਹੈਂਡਬਾਲ ਦਾ ਗੋਲਚੀ ਹੁੰਦਾ ਸੀ। ਜਦੋਂ ਫਿਲਮ ਇੰਡਸਟਰੀ ਚਲਾ ਗਿਆ ਤੇ ਭੁੱਲਰ ਸਾਹਿਬ ਨੂੰ ਕੋਈ ਚੰਗਾ ਗੋਲਚੀ ਨਹੀਂ ਮਿਲਿਆ ਸੀ ਤੇ ਉਹ ਮੈਨੂੰ ਬੜਾ ਕਹਿੰਦੇ ਹੁੰਦੇ ਸੀ, ਕਹਿੰਦੇ ਤੂੰ ਆ ਜਾ ਮੇਰੇ ਕੋਲ ਡਾਇਰੈਕਟ ਪੁਲਿਸ 'ਚ ਭਰਤੀ, ਤੇ ਤੈਨੂੰ ਹੈਂਡਬਾਲ ਦਾ ਗੋਲਚੀ ਬਣਾਵਾਂਗਾ। ਬੜਾ ਕਹਿੰਦੇ ਹੁੰਦੇ ਸੀ ਮੈਨੂੰ। ਤੇ ਮੈਂ ਉਹਨਾਂ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਭੁੱਲਰ ਸਾਹਿਬ, ਮੈਂ ਕਿਹਾ ਮੈਂ ਨਾ ਗੱਡੀ ਚਲਾਣੀ ਸਿੱਖ ਲਈ ਆ। ਤੇ ਮੈਨੂੰ ਕਹਿੰਦੇ ਅੱਛਾ, ਬੜੀ ਵਧੀਆ ਗੱਲ ਆ। ਮੈਂ ਕਿਹਾ ਜੀ ਮੈਂ ਆਂਦਾ ਜਾਂਦਾ ਵਾਂ ਤੇ ਮੈਂ 16 ਸਾਲ ਦਾ ਹੈਗਾ ਤੇ ਮੈਨੂੰ ਲਾਇਸੈਂਸ ਬਣ ਸਕਦਾ ਮੇਰਾ? ਹਾਂ ਕਹਿੰਦੇ ਲਰਨਿੰਗ ਬਣ ਸਕਦਾ, ਤੇ ਬਾਕੀ ਜਿਹੜਾ ਪੱਕਾ ਲਾਇਸੈਂਸ ਹੁੰਦਾ ਉਹ 18 ਸਾਲ ਤੋਂ ਬਾਅਦ ਹੀ ਬਣੇਗਾ। ਮੈਂ ਕਿਹਾ ਬਣਵਾ ਦਿਓ, ਕਈ ਵਾਰ ਚੈਕਿੰਗ ਹੋ ਜਾਂਦੀ ਹੈ ਤੇ ਡਰ ਲੱਗਦਾ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਆਪਣੀਆਂ 2 ਫੋਟੋਆਂ, ਇੱਕ ਡਾਕੂਮੈਂਟ ਉਹਨਾਂ ਨੇ ਹੋਰ ਕਿਹਾ ਸੀ ਰਾਸ਼ਨ ਕਾਰਡ ਦੀ ਕਾਪੀ ਕਰਵਾ ਕੇ ਰੱਖੀ, ਕੱਲ ਮੈਂ ਮੁੰਡੇ ਨੂੰ ਭੇਜਾਂਗਾ, ਉਹ ਫਾਰਮ ਲੈ ਕੇ ਆਏਗਾ ਤੇ ਫਾਰਮ ਭਰ ਕੇ ਤੇ ਤੇਰੇ ਸਾਈਨ ਕਰਾ ਕੇ ਲੈ ਜਾਏਗਾ ਤੇ ਲਾਇਸੈਂਸ ਬਣ ਕੇ ਆ ਜਾਏਗਾ ਤੇਰਾ। ਮੈਂ ਕਿਹਾ ਠੀਕ ਹੈ ਜੀ। 1-2 ਦਿਨ ਬਾਅਦ ਭੁੱਲਰ ਸਾਹਿਬ ਨੇ ਮੁੰਡਾ ਭੇਜਿਆ, ਆਇਆ ਤੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਉੱਥੇ ਜਲੰਧਰ ਇੱਕ ਫ੍ਰਿਜ ਵਾਲਾ ਕਮਰਾ ਹੁੰਦਾ ਸੀ, ਉਹਨੂੰ ਅਸੀਂ ਫ੍ਰਿਜ ਵਾਲਾ ਕਮਰਾ ਵੀ ਕਹਿੰਦੇ ਆ, ਉਹਨੂੰ ਟ੍ਰੀਟਮੈਂਟ ਰੂਮ ਵੀ ਕਹਿ ਦਿੰਦੇ ਸੀਗੇ। ਤੇ ਫ੍ਰਿਜ ਵਾਲੇ ਕਮਰੇ ਦੇ ਵਿੱਚ ਮੈਂ ਬੈਠਾ ਫਾਰਮ ਭਰਦਾ ਪਿਆ ਸੀ ਤੇ ਉੱਤੋਂ ਗੁਰੂ ਜੀ ਆ ਗਏ। ਗੁਰੂ ਜੀ ਕਹਿੰਦੇ ਆ ਕੀ ਕਰਦਾ ਪਿਆ ਤੂੰ?
मैं कहा गुरु जी वो गड्डी लेके जाना ना तो फिर कई बार चैकिंग हुंदी आ ते डर लगदा, पुलिस वाले रोकदे आ गड्डी ते लाइसेंस बनवा रहा मैं। पता नहीं मालक दी की मौज आई, उन्होंने फार्म फड़िया, फाड़ दिता। मैनू नाल कहंदे, ਉਹ ਕਹਿੰਦੇ ਤੂੰ ਗੁਰੂਆਂ ਦਾ ਡਰਾਈਵਰ, ਤੈਨੂੰ ਲਾਇਸੈਂਸ ਦੀ ਕੀ ਲੋੜ ਆ, ਜਾ ਕਹਿੰਦੇ ਐਸ਼ ਕਰ। ਸੰਗਤ ਜੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਦੋਂ ਇਨਸਾਨ ਹੁਕਮ ਦੇ ਅੰਦਰ ਆ ਜਾਵੇ ਨਾ ਤੇ ਬਾਹਰੋਂ ਉਹਨੂੰ ਜਿੰਨੇ ਮਰਜ਼ੀ ਹੁਕਮ ਹੁੰਦੇ ਰਹਿਣ ਉਹਨੂੰ ਫਿਰ ਪਤਾ ਨਹੀਂ ਲੱਗਦਾ। ਜੋ ਅੰਦਰੋਂ ਹੁਕਮ ਆਂਦਾ, ਅੰਦਰੋਂ ਹੁਕਮ ਜਦੋਂ ਗੁਰੂ ਆਪ ਸਾਖਸ਼ਾਤ ਪ੍ਰਮਾਤਮਾ ਜਦੋਂ ਸਾਹਮਣੇ ਆ ਕੇ ਬੋਲੇ ਨਾ ਕਿ ਤੈਨੂੰ ਲਾਇਸੈਂਸ ਦੀ ਕੀ ਲੋੜ ਆ, ਤੂੰ ਤੇ ਗੁਰੂਆਂ ਦਾ ਡਰਾਈਵਰ। ਪਤਾ ਨਹੀਂ ਉਸ ਵੇਲੇ ਨਿਆਣਪੁਣਾ ਸੀ ਕਿ ਕੀ ਸੀਗਾ। ਇਹ ਸਭ ਮਤ ਗੁਰੂ ਜੀ ਦਿੰਦੇ ਨੇ। ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਕਿਸੇ ਵੀ ਗੱਲ ਤੇ ਅਸੀਂ ਸੋਚ ਲਈਏ। ਮੈਂ ਉਸ ਦਿਨ ਹੀ ਸੋਚ ਲਿਆ ਸੀ, ਮੈਂ ਕਿਹਾ ਗੁਰੂ ਜੀ ਨੇ ਕਹਿ ਦਿੱਤਾ ਨਾ ਕਿ ਤੂੰ ਗੁਰੂਆਂ ਦਾ ਡਰਾਈਵਰ ਆ, ਤੈਨੂੰ ਲਾਇਸੈਂਸ ਦੀ ਕੀ ਲੋੜ ਆ। ਉਹ ਦਿਨ ਗੁਰੂ ਜੀ ਨੇ ਉਸ ਫਾਰਮ ਦੇ 2 ਟੋਟੇ ਕੀਤੇ ਸੀ ਤੇ ਮੈਂ ਉਹ 2 ਟੋਟੇ ਚੱਕ ਕੇ ਮੈਂ ਉਹਦੇ ਪਤਾ ਹੀ ਨਹੀਂ ਕਿੰਨੇ ਟੋਟੇ ਕਰ ਦਿੱਤੇ ਸੀ। ਫਿਰ ਮੈਂ ਕਿਹਾ ਗੁਰੂ ਜੀ ਨੇ ਕਹਿ ਦਿੱਤਾ ਨਾ ਹੁਣ ਲਾਇਸੈਂਸ ਦੀ ਲੋੜ ਨਹੀਂ, ਤੇ ਮੈਂ ਕਿਹਾ ਮੈਂ ਵੀ ਹੁਣ ਪੱਕਾ ਰਹਿਣਾ ਵਾ, ਲਾਇਸੈਂਸ ਬਣਵਾਉਣਾ ਹੀ ਨਹੀਂ। ਮੇਰਾ ਅੱਜ ਵੀ ਲਾਇਸੈਂਸ ਨਹੀਂ ਹੈਗਾ। ਔਰ ਗੁਰੂ ਜੀ ਦੀ ਇੰਨੀ ਮਿਹਰ ਆ, ਹਰ ਪਾਸੇ ਰੋਜ਼ ਗੱਡੀ ਚਲਾਨਾ, ਕਦੀ ਕੋਈ ਪ੍ਰੋਬਲਮ ਹੀ ਨਹੀਂ ਆਈ। ਉਹ ਪੁੱਛਦਾ ਹੀ ਨਹੀਂ, ਉਹ ਸ਼ਕਲ ਦੇਖਦੇ ਆ ਕਹਿੰਦੇ ਜਾਓ ਜੀ। ਸੋ ਇਹ ਸਭ ਹੁਕਮ ਦੇ ਅੰਦਰ ਰਹਿਣ ਦੀ ਗੱਲ ਆ। ਕਈ ਵਾਰ ਲੋਕ ਸੋਚਦੇ ਵੀ ਆ, ਸਾਡੇ ਨਾਲ ਗੱਲਾਂ ਵੀ ਕਰਦੇ ਆ ਕਿ ਜੀ ਹੁਕਮ ਵਿੱਚ ਰਹਿਣਾ ਇਹ ਕਿਵੇਂ ਹੁੰਦਾ। ਹੁਕਮ ਵਿੱਚ ਰਹਿਣਾ ਇੰਨੀ ਵੱਡੀ ਦਾਤ ਆ। ਉਹਦੇ ਵਿੱਚ ਤੁਹਾਨੂੰ ਦੁੱਖ ਤਕਲੀਫਾਂ ਤਾਂ ਜ਼ਰੂਰ ਹੋਣਗੀਆਂ, ਪਰ ਜਿਹੜੀ ਸੰਤੁਸ਼ਟੀ ਮਿਲੇਗੀ ਨਾ ਕਿ ਅਸੀਂ ਹੁਕਮ ਦੇ ਵਿੱਚ ਆ, ਔਰ ਜਦੋਂ ਅਸੀਂ ਹੁਕਮ ਦੇ ਵਿੱਚ ਰਹਿਣਾ ਸਿੱਖ ਜਾਂਦੇ ਆ ਨਾ ਅਸੀਂ ਜਦੋਂ, ਤੇ ਉਦੋਂ ਫਿਰ ਗੁਰੂ ਵੀ ਸਾਡਾ ਬਹੁਤ ਧਿਆਨ ਰੱਖਦਾ। ਸਾਨੂੰ ਕੋਈ ਵੀ ਛੋਟੀ ਜੀ ਪ੍ਰੋਬਲਮ ਆ ਜਾਂਦੀ ਨਾ, ਅਸੀਂ ਫਟਾਫਟ ਬੜਾ ਘਬਰਾ ਜਾਂਦੇ। ਅਸੀਂ ਗੁਰੂ ਦੇ ਅੱਗੇ ਅਰਦਾਸਾਂ ਕਰਦੇ ਹਾਂ, ਹੋਰ ਥਾਵਾਂ ਤੇ ਜਾਂਦੇ ਆ, ਪੰਡਤਾਂ ਕੋਲ ਵੀ ਜਾਂਦੇ ਆ, ਨਗ ਵੀ ਪਵਾਉਂਦੇ ਆ, ਟੇਵੇ ਵੀ ਲਵਾਉਂਦੇ ਆ, ਸਭ ਕੁਝ ਕਰਦੇ ਆ ਅਸੀਂ। ਫਿਰ ਅਸੀਂ ਉਸ ਵੇਲੇ ਗੁਰੂ ਨੂੰ ਭੁੱਲ ਜਾਂਦੇ ਕਿ ਅਸੀਂ ਤੇ ਹੁਕਮ 'ਚ ਆ, ਗੁਰੂ ਨੇ ਤੇ ਸਾਡੀ ਪ੍ਰੀਖਿਆ ਲਿੱਤੀ ਆ। ਔਰ ਜੇ ਅਸੀਂ ਇਸ ਹੁਕਮ ਤੋਂ ਹੀ ਨਹੀਂ ਪਾਸ ਹੋਏ ਤੇ ਫਿਰ ਸਾਡਾ ਇਸ ਦੁਨੀਆ ਦੇ ਉੱਤੇ ਕੌਣ ਰਖਵਾਲਾ ਹੋਏਗਾ, ਕੌਣ ਢੋਈ ਬਣੇਗਾ ਸਾਡਾ? ਕੋਈ ਨਹੀਂ ਹੈਗਾ। ਇਸ ਦੁਨੀਆ ਦੇ ਉੱਤੇ ਸਿਰਫ ਪਰਮਾਤਮਾ ਹੀ ਆ, ਗੁਰੂ ਜੀ ਆ, ਜੋ ਸਾਡਾ ਰੱਖਿਆ ਕਰ ਸਕਦੇ ਆ, ਜੋ ਸਾਨੂੰ ਵੇਖ ਸਕਦੇ ਆ, ਜੋ ਸਾਨੂੰ ਸਭ ਕੁਝ ਦੇ ਸਕਦੇ। ਮੈਨੂੰ ਇੱਕ ਵਾਰ ਗੁਰੂ ਜੀ ਨੇ ਕਿਹਾ, ਕਹਿੰਦੇ ਉਸ ਵੇਲੇ ਕੈਸੇਟਸ ਸ਼ਬਦਾਂ ਦੀਆਂ ਆਉਂਦੀਆਂ ਹੁੰਦੀਆਂ ਸੀ। ਮੈਨੂੰ ਗੁਰੂ ਜੀ ਨੇ ਕਿਹਾ, ਕਹਿੰਦੇ ਕਾਫੀ ਦੇਰ ਹੋ ਗਈ
ਨਵੀਆਂ ਕੈਸਟਾਂ ਨਹੀਂ ਆਈਆਂ ਆਪਣੇ ਕੋਲ। ਮੈਂ ਕਿਹਾ ਗੁਰੂ ਜੀ ਮੈਂ ਅੱਜ ਹੀ ਜਾ ਕੇ ਲੈ ਆਣਾ। ਤੇ ਮੈਨੂੰ ਗੁਰੂ ਜੀ ਨੇ ਕਿਹਾ, ਕਹਿੰਦੇ ਉਹ ਨਾ ਅੰਕਲ ਆਣਗੇ ਤੇ ਅੰਕਲ ਨੂੰ ਨਾਲ ਲੈ ਜਾਈ ਤੇ ਜਿੰਨੀਆਂ ਵੀ ਨਵੀਆਂ ਸ਼ਬਦਾਂ ਦੀਆਂ ਕੈਸਟਾਂ ਆਈਆਂ ਨਾ ਸਾਰੀਆਂ ਲੈ ਆਈ। ਫਿਰ ਉਸ ਚੋਂ ਮੈਂ ਚੂਜ਼ ਕਰਾਂਗਾ ਕੀ ਕਿਹੜੀ ਕਿਹੜੀ ਰੱਖਣੀ ਉੱਥੋਂ। ਮੈਂ ਕਿਹਾ ਅੱਛਾ ਜੀ। ਉਹ ਜਦੋਂ ਅੰਕਲ ਆਏ ਤੇ ਮੈਂ ਕਿਚਨ ਦੇ ਵਿੱਚ ਸੇਵਾ ਕਰ ਰਿਹਾ ਸੀ। ਉਸ ਵੇਲੇ ਬਰਤਨ ਧੋ ਰਿਹਾ ਸੀ ਤੇ ਬਰਤਨ ਧੋਂਦੇ ਧੋਂਦੇ ਮੈਂ ਥੋੜੀ ਜਲਦੀ ਆ ਗਈ। ਮੈਂ ਕਿਹਾ ਅੰਕਲ ਆ ਗਏ ਆ ਤੇ ਮੈਂ ਨਾ ਫਟਾਫਟ ਬਰਤਨ ਦੀ ਸੇਵਾ ਕਰਕੇ ਤੇ ਨਾ ਮੈਂ ਅੰਕਲ ਨੂੰ ਨਾਲ ਲਵਾਂ ਤੇ ਮੈਂ ਗੁਰੂ ਜੀ ਵਾਸਤੇ ਨਵੀਆਂ ਕੈਸਟਾਂ ਲੈ ਕੇ ਆਵਾਂ। ਕਿਉਂਕਿ ਸਾਡੇ ਵਾਸਤੇ ਗੁਰੂ ਜੀ ਦਾ ਹੁਕਮ ਬੜੀ ਵੱਡੀ ਗੱਲ ਹੁੰਦੀ ਸੀ ਉਸ ਵੇਲੇ, ਕਿ ਜੋ ਗੁਰੂ ਜੀ ਨੇ ਹੁਕਮ ਕਰਤਾ ਨਾ, ਜੋ ਕਹਿਤਾ ਉਹਨੂੰ ਫਟਾਫਟ ਨਿਭਾਣਾ, ਉਹਨੂੰ ਡਿਲੇ ਨਹੀਂ ਕਰਨਾ, ਉਹਨੂੰ ਲੇਟ ਨਹੀਂ ਕਰਨਾ ਉਹਨੂੰ। ਮੈਂ ਫਟਾਫਟ ਉਸ ਵੇਲੇ ਕੱਚ ਦੇ ਗਲਾਸ ਧੋ ਰਿਹਾ ਸੀ ਚਾਹ ਦੇ, ਤੇ ਮੈਂ ਧੋ ਕੇ ਫਟਾਫਟ ਬਾਹਰ ਨਿਕਲਿਆ ਤੇ ਹੱਥ ਪੂੰਝੇ। ਮੈਂ ਹੱਥ ਪੂੰਝ ਕੇ ਮੈਂ ਗਿਆ ਤੇ ਮੈਂ ਅੰਕਲ ਕੋ ਗਿਆ ਤੇ ਅੰਕਲ ਮੈਨੂੰ ਕਹਿੰਦੇ ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ ਅੰਕਲ ਅਸੀਂ ਨਾ ਕਿਤੇ ਜਾਣਾ, ਗੁਰੂ ਜੀ ਦਾ ਹੁਕਮ ਹੋਇਆ ਕੰਮ ਜਾਣਾ ਆਪਾਂ। ਹਾਂ ਕਹਿੰਦੇ ਕੋਈ ਨਹੀਂ, ਗੁਰੂ ਜੀ ਨੇ ਮੈਨੂੰ ਕਿਹਾ ਕੰਮ, ਚੱਲਦੇ ਆਪਾਂ ਚਾਹ ਪ੍ਰਸ਼ਾਦ ਲੈ ਲਈਏ। ਮੈਂ ਕਿਹਾ ਹਾਂਜੀ ਤੁਸੀਂ ਚਾਹ ਪ੍ਰਸ਼ਾਦ ਲੈ ਲਓ, ਫਿਰ ਆਪਾਂ ਜਾਣਾ। ਮੈਂ ਫਿਰ ਕਿਚਨ 'ਚ ਚਲਾ ਗਿਆ ਸੇਵਾ ਕਰਨ। ਕਿਚਨ ਦੇ ਵਿੱਚ ਦੇਖਿਆ ਤੇ ਅੰਕਲ ਬਾਹਰ ਨਿਕਲੇ, ਸ਼ੂਜ਼ ਪਾ ਰਹੇ ਸੀ ਤੇ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਦੌੜਿਆ। ਮੈਂ ਕਿਹਾ ਮੈਂ ਵੀ ਚੱਲਾਂ ਨਾਲ। ਗਿਆ ਤੇ ਮੈਂ ਵੀ ਸ਼ੂਜ਼ ਆਪਣੇ ਪਾਏ ਤੇ ਮੈਂ ਉਹਨਾਂ ਦੇ ਪਿੱਛੇ ਪਿੱਛੇ। ਉਹ ਜਿੱਦਾਂ ਹੀ ਗੱਡੀ ਆਪਣੀ ਉਹਨਾਂ ਨੇ ਖੋਲੀ ਤੇ ਮੈਂ ਗੱਡੀ 'ਚ ਬਹਿਣ ਲੱਗਾ, ਮੈਨੂੰ ਕਹਿੰਦੇ ਹਾਂ ਤੂੰ ਕਿੱਧਰ, ਕਿੱਥੇ ਚੱਲਾ ਤੂੰ? ਮੈਂ ਕਿਹਾ ਨਹੀਂ, ਮੈਨੂੰ ਗੁਰੂ ਜੀ ਨੇ ਕਿਹਾ ਸੀ ਤੁਹਾਡੇ ਨਾਲ ਜਾਣਾ, ਉਹ ਸ਼ਬਦਾਂ ਦੀਆਂ ਨਵੀਆਂ ਕੈਸਟਾਂ ਲੈ ਕੇ ਆਣੀਆਂ। ਕਹਿੰਦੇ ਨਹੀਂ ਨਹੀਂ, ਮੈਨੂੰ ਗੁਰੂ ਜੀ ਨੇ ਹੁਕਮ ਇਹ ਕੀਤਾ ਕਿ ਤੂੰ ਇਕੱਲੇ ਨੇ ਜਾਣਾ, ਕਿਸੇ ਨੂੰ ਨਾਲ ਨਾ ਲੈ ਕੇ ਜਾਈਂ। ਮੈਂ ਕਿਹਾ ਨਹੀਂ ਅੰਕਲ, ਮੈਨੂੰ ਇਹ ਕਿਹਾ ਵਾ ਕਿ ਜਦੋਂ ਅੰਕਲ ਆਣਗੇ ਨਾ ਤੇ ਤੂੰ ਅੰਕਲ ਦੇ ਨਾਲ ਜਾਈਂ ਤੇ ਨਵੀਆਂ ਕੈਸਟਾਂ ਲੈ ਕੇ ਆਈ। ਕਹਿੰਦੇ ਨਾ, ਮੈਨੂੰ ਗੁਰੂ ਨੇ ਇਹ ਕਿਹਾ ਕਿ ਤੂੰ ਇਕੱਲੇ ਨੇ ਜਾਣਾ। ਮੈਂ ਕਿਹਾ ਅੱਛਾ ਜੀ। ਉਹ ਅੰਕਲ ਗੱਡੀ 'ਚ ਬੈਠੇ ਚਲੇ ਗਏ। ਮੈਂ ਮਨ 'ਚ ਸੋਚੀ ਜਾਵਾਂ, ਮੈਂ ਕਿਹਾ ਮਨਾ, ਗੁਰੂ ਜੀ ਨੇ ਹੁਕਮ ਮੈਨੂੰ ਇਹ ਕੀਤਾ ਸੀ ਕਿ ਤੂੰ ਨਾਲ ਜਾਣਾ ਅੰਕਲ ਦੇ, ਤੇ ਅੰਕਲ ਤੇ ਇਕੱਲੇ ਚਲੇ ਗਏ, ਤੇ ਹੁਣ ਤੂੰ ਕੀ ਮੂੰਹ ਲੈ ਕੇ ਜਾਏਗਾ ਗੁਰੂ ਜੀ ਦੇ ਕੋਲ? ਮੈਂ ਸੋਚਦਾ ਸੋਚਦਾ ਉਸ ਵੇਲੇ ਪਤਾ ਨਹੀਂ ਮੇਰੀ ਮੱਤ ਨੇ ਕੀ ਮੈਨੂੰ ਉਸ ਵੇਲੇ ਸਮਝ ਪਾਈ, ਮੈਂ ਬਾਹਰ ਹੀ ਖੜਾ ਹੋ ਗਿਆ ਗੇਟ ਦੇ ਉੱਤੇ। ਮੈਂ ਅੰਦਰ ਗਿਆ ਹੀ ਨਹੀਂ। ਮੈਂ ਖੜਾ ਰਿਹਾ, ਕਹਿਰ ਦੀ ਧੁੱਪ ਸੀ, ਮੈਂ ਧੁੱਪੇ ਹੀ ਖੜਾ ਰਿਹਾ। ਮੈਂ ਖੜਾ ਰਿਹਾ, ਕਾਫੀ ਦੇਰ ਖੜਾ ਰਿਹਾ, ਘੰਟਾ ਡੇਢ ਘੰਟਾ। ਜਦੋਂ ਅੰਕਲ ਕੈਸਟ ਲੈ ਕੇ ਆਏ ਤੇ ਜਿੱਦਾਂ ਹੀ ਉਹ ਗੇਟ ਦੇ ਅੰਦਰ ਐਂਟਰ ਕੀਤੇ ਤੇ ਮੈਂ ਅੰਕਲ ਦੇ ਪਿੱਛੇ ਪਿੱਛੇ ਮੈਂ ਵੀ ਐਂਟਰ ਕੀਤਾ, ਤੇ ਜਿੱਦਾਂ ਹੀ ਸ਼ੂਜ਼ ਲਾ ਕੇ ਅੰਦਰ ਗਏ ਤੇ ਮੈਂ ਵੀ ਸ਼ੂਜ਼ ਲਾ ਕੇ ਅੰਦਰ ਚਲਾ ਗਿਆ। ਗੁਰੂ ਜੀ ਜਾਨੀ ਜਾਨ, ਸਭ ਜਾਣਦੇ ਹੋ, ਉਹਨਾਂ ਨੂੰ ਸਭ ਪਤਾ ਕਿ ਅੱਜ ਮੈਂ ਪਰਚਾ ਪਾਤਾ, ਦੇਖੋ ਕੌਣ ਪਾਸ ਹੁੰਦਾ ਤੇ ਕੌਣ ਫੇਲ ਹੁੰਦਾ। ਮੈਂ ਕਿਚਨ 'ਚ ਸੇਵਾ ਕਰ ਰਿਹਾ ਸੀ ਤੇ ਮੈਂ ਕਿਚਨ 'ਚ ਚਲਾ ਗਿਆ ਸੀ, ਅੰਕਲ ਹਾਲ 'ਚ ਗੁਰੂ ਜੀ ਦੇ ਕੋਲ ਚਲੇ ਗਏ ਸੀ। ਕੋਈ ਸੰਗਤ ਆਈ ਸੀ ਤੇ ਮੈਨੂੰ ਕਿਸੇ ਨੇ ਕਿਹਾ ਕਿ ਨਵੀਂ ਸੰਗਤ ਆਈ ਆ, ਉਹਨਾਂ ਵਾਸਤੇ ਚਾਹ ਪ੍ਰਸ਼ਾਦ ਲੈ ਜਾਓ। ਮੈਂ ਟਰੇ ਵਿੱਚ ਚਾਹ ਫੜੀ ਤੇ ਮੈਂ ਲੈ ਗਿਆ, ਦਿੱਤੀ ਤੇ ਮੈਨੂੰ ਕਹਿੰਦੇ ਇੰਨੀ ਦੇਰ ਤੋਂ ਤੂੰ ਕਿੱਥੇ ਸੀਗਾ? ਮੈਂ ਕਿਹਾ ਗੁਰੂ ਜੀ ਬਾਹਰ ਹੀ ਖੜਾ ਸੀਗਾ। ਤੇ ਕਹਿੰਦੇ ਤੂੰ ਕੈਸਟਾਂ ਲੈਣ ਨਹੀਂ ਗਿਆ ਨਾਲ? ਮੈਂ ਕਿਹਾ ਗੁਰੂ ਜੀ ਤੁਸੀਂ ਮੈਨੂੰ ਇਹ ਕਿਹਾ ਸੀਗਾ ਕਿ ਇਹਨਾਂ ਦੇ ਨਾਲ ਜਾਣਾ, ਅੰਕਲ ਕਹਿੰਦੇ ਮੈਂ ਇਕੱਲੇ ਨੇ ਜਾਣਾ। ਤੇ ਮੈਂ ਕਿਹਾ ਮੈਨੂੰ ਤੇ ਸਮਝ ਨਹੀਂ ਆਈ। ਤੇ ਕਹਿੰਦੇ ਫਿਰ ਤੂੰ ਕਿੱਥੇ ਸੀਗਾ ਫਿਰ ਤੂੰ, ਜੇ ਇਹਨਾਂ ਦੇ ਨਾਲ ਨਹੀਂ ਗਿਆ?
ਮੈਂ ਕਿਹਾ ਗੁਰੂ ਜੀ ਹੁਣ ਤੁਸੀਂ ਹੁਕਮ ਕੀਤਾ ਸੀ ਕੈਸਟਾ ਲੈ ਕੇ ਆਈ ਅੰਕਲ ਨਾਲ ਜਾ ਕੇ, ਪਰ ਅੰਕਲ ਮੈਨੂੰ ਲੈ ਕੇ ਨਹੀਂ ਗਏ ਤੇ ਮੈਂ ਕੀ ਕਰਦਾ। ਮੈਨੂੰ ਜੋ ਸਮਝ ਆਈ ਮੈਂ ਫਿਰ ਬਾਹਰ ਹੀ ਖੜਾ ਰਿਹਾ ਗੇਟ ਦੇ, ਅੰਕਲ ਚਲੇ ਗਏ ਇਕੱਲੇ, ਤੇ ਜਦੋਂ ਅੰਕਲ ਫਿਰ ਕੈਸਟਾ ਲੈ ਕੇ ਆਏ ਤੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਅੰਦਰ ਆ ਗਿਆ। ਤੇ ਗੁਰੂ ਜੀ ਨੇ ਇੰਨੀ ਸੋਹਣੀ ਸਮਾਈਲ ਦਿੱਤੀ, ਸਮਾਈਲ ਦੇ ਕੇ ਮੈਨੂੰ ਕਹਿੰਦੇ ਅੱਜ ਤੂੰ ਪਾਸ ਹੋ ਗਿਆ। ਮੇਰਾ ਵੀ ਹਾਸਾ ਨਿਕਲ ਗਿਆ, ਬੜਾ ਖੁਸ਼ ਅੰਦਰੋਂ। ਮੈਂ ਕਿਹਾ ਸ਼ੁਕਰ ਆ ਪ੍ਰਮਾਤਮਾ ਨੇ ਪਾਸ ਕਰਤਾ ਅੱਜ। ਪਰ ਇਹਦੇ ਵਿੱਚ ਵੀ ਸਾਡੀ ਕੋਈ ਸਿਆਣਪ ਨਹੀਂ, ਇਹ ਗੁਰੂ ਜੀ ਨੇ ਹੀ ਪਾਸ ਕਰਵਾਇਆ। ਜੇ ਉਹ ਚਾਹੁੰਦੇ ਨਾ ਮੈਂ ਫੇਲ ਹੋਣਾ ਸੀ ਤੇ ਉਹ ਫੇਲ ਕਰ ਦਿੰਦੇ ਮੈਨੂੰ, ਉਹਨਾਂ 'ਚ ਇੰਨੀ ਤਾਕਤ ਹੈਗੀ ਆ। ਸਭ ਕੁਝ ਗੁਰੂ ਮਹਾਰਾਜ ਕਰ ਸਕਦੇ ਆ, ਸਭ ਕਰਵਾਉਂਦੇ ਆ, ਪਰ ਕਈ ਵਾਰ ਸਾਡੇ ਵਰਗੇ ਲੋਕਾਂ ਦਾ ਇਮਤਿਹਾਨ ਲੈ ਲੈਂਦੇ ਆ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੱਡੇ ਮੁੰਡੇ ਨੂੰ ਪੁੱਛਿਆ, ਕਹਿੰਦੇ ਜਾ ਬਾਹਰ ਦੇਖ ਕੇ ਆ, ਸੂਰਜ ਨਿਕਲ ਗਿਆ ਤੇ ਬਾਹਰ ਤੇ ਰਾਤ ਸੀਗੀ। ਉਹ ਦੇਖ ਕੇ ਆਇਆ, ਕਹਿੰਦਾ ਮਹਾਰਾਜ ਅਜੇ ਰਾਤ ਆ, ਸੂਰਜ ਨਿਕਲਣ ਨੂੰ ਅਜੇ ਟਾਈਮ ਆ। ਛੋਟੇ ਮੁੰਡੇ ਨੂੰ ਕਿਹਾ, ਕਹਿੰਦੇ ਤਾਂ ਤੂੰ ਦੇਖ ਕੇ ਆ, ਸੂਰਜ ਨਿਕਲ ਗਿਆ। ਉਹ ਵੀ ਦੇਖ ਕੇ ਆਏ, ਕਹਿੰਦੇ ਮਹਾਰਾਜ ਰਾਤ ਹੈਗੀ ਆ, ਅਜੇ ਸੂਰਜ ਨਹੀਂ ਨਿਕਲਿਆ, ਤੁਹਾਨੂੰ ਭੁਲੇਖਾ ਪੈ ਰਿਹਾ। ਤੇ ਜਦੋਂ ਭਾਈ ਲਹਿਣਾ ਜੀ ਨੂੰ ਭੇਜਿਆ ਨਾ, ਜਾਂ ਦੇਖ ਕੇ ਆ, ਸੂਰਜ ਨਿਕਲਿਆ। ਉਹ ਦੇਖ ਕੇ ਆਏ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਕਿ ਮਹਾਰਾਜ ਤੁਹਾਡੇ ਹੁਕਮ ਨਾਲ ਜਿੰਨਾ ਸੂਰਜ ਨਿਕਲ ਲਿਆ ਉਹ ਨਿਕਲ ਚੁੱਕਾ ਹੋਇਆ, ਤੇ ਬਾਕੀ ਵੀ ਸੂਰਜ ਤੁਹਾਡੇ ਹੁਕਮ ਨਾਲ ਹੌਲੀ ਹੌਲੀ ਨਿਕਲ ਰਿਹਾ। ਇਹ ਸਾਰੀ ਜੋ ਵੀ ਇਹ ਅਸੀਂ satsang ਕਰਦੇ ਆ, ਅਸੀਂ ਸੁਣਾਉਂਦੇ ਆ, ਜਿੰਨੀਆਂ ਵੀ ਗੱਲਾਂ, ਇੱਕ ਜਿੰਨੀਆਂ ਵੀ ਮਹਿਮਾ ਗੁਰੂ ਜੀ ਪਰਮਾਤਮਾ ਜੋ ਕਰਦਾ ਹੈ ਨਾ, ਇਹ ਸਿਰਫ ਇਹ ਕੌਤਕ ਸਿਰਫ ਤੁਹਾਨੂੰ ਦੱਸਣ ਵਾਸਤੇ ਜਾਂ ਸਾਨੂੰ ਦੱਸਣ ਵਾਸਤੇ ਜਾਂ ਪੂਰੀ ਦੁਨੀਆ ਨੂੰ ਦੱਸਣ ਵਾਸਤੇ, ਇਹ ਸਿਰਫ ਇਸ ਕਰਕੇ ਕਰਦੇ ਆ ਕਿ ਸਾਨੂੰ ਕੁਝ ਸਮਝ ਆਵੇ ਕਿ ਪਰਮਾਤਮਾ ਕੀ ਚੀਜ਼ ਆ। ਅਸੀਂ ਲੋਕ ਪਰਮਾਤਮਾ ਨੂੰ ਅਸੀਂ ਸੁੱਖਾਂ ਵੇਲੇ ਭੁੱਲ ਜਾਂਦੇ ਆ, ਦੁੱਖਾਂ 'ਚ ਅਸੀਂ ਯਾਦ ਕਰਦੇ ਆ। ਪਰਮਾਤਮਾ ਤੇ ਹਮੇਸ਼ਾ ਸਾਡੇ ਨਾਲ ਰਹਿੰਦਾ, ਪਰ ਅਸੀਂ ਉਹਨੂੰ ਯਾਦ ਨਹੀਂ ਕਰਦੇ। ਉਹ ਸੁੱਖਾਂ 'ਚ ਵੀ ਸਾਡੇ ਨਾਲ ਆ, ਉਹ ਦੁੱਖਾਂ ਵਿੱਚ ਵੀ ਸਾਡੇ ਨਾਲ ਆ। ਉਹ ਸਿਰਫ ਸਾਨੂੰ ਦੇਖਦਾ ਵਾ ਕਿ ਤੂੰ ਕਿਹੜੇ ਵੇਲੇ ਮੈਨੂੰ ਚੇਤੇ ਕਰਦਾ, ਮੈਂ ਉਸ ਵੇਲੇ ਫਿਰ ਤੇਰੇ ਨਾਲ, ਜਿੱਦਾਂ ਤੂੰ ਯਾਦ ਕਰੇਗਾ ਮੈਂ ਉਦਾਂ ਹੀ ਤੇਰੇ ਨਾਲ ਗੱਲ ਕਰਾਂ। ਗੁਰੂ ਜੀ ਦੀਆਂ ਬੇਅੰਤ ਕਿਰਪਾ। ਗੁਰੂ ਜੀ ਨੇ ਕਈ ਵਾਰ ਕਹਿਣਾ ਲੋਕ ਨਾ ਕਮਲੇ ਆ, ਲੋਕਾਂ ਨੂੰ ਨਾ ਮੰਗਣਾ ਨਹੀਂ ਆਉਂਦਾ। ਕਹਿਣਾ ਪਤਾ ਨਹੀਂ ਮੇਰੇ ਕੋਲ ਕੀ ਕੀ ਲੋਕ ਆ ਕੇ ਮੰਗਦੇ ਰਹਿੰਦੇ। ਕਹਿੰਦੇ ਮੈਂ ਇੱਥੇ ਲੋਕਾਂ ਨੂੰ ਕੁਝ ਹੋਰ ਦੇਣ ਆਇਆ, ਲੋਕ ਮੇਰੇ ਕੋਲੋਂ ਕੁਝ ਹੋਰ ਹੀ ਮੰਗੀ ਜਾਂਦੇ ਪਏ। ਉਦਾਹਰਣ, ਗੁਰੂ ਜੀ ਨੇ ਕਹਿਣਾ, ਕਹਿੰਦੇ ਮੇਰੇ ਕੋਲ ਕੋਈ ਕੰਮ ਦੀ ਚੀਜ਼ ਨਹੀਂ ਮੰਗਦਾ ਆ ਕੇ। ਕੋਈ ਆ ਕੇ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ, ਕੋਈ ਆ ਕੇ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲਦਾ, ਕੋਈ ਆ ਕੇ ਕਹਿੰਦਾ ਮੇਰਾ ਉਹ ਨਹੀਂ ਹੁੰਦਾ, ਮੇਰਾ ਆ ਨਹੀਂ, ਬਿਮਾਰੀ ਨਹੀਂ ਠੀਕ ਹੁੰਦੀ। ਕਹਿੰਦੇ ਇਹ ਤਾਂ ਕਰਮਾਂ ਕਰਕੇ ਜੋ ਵੀ ਤੁਹਾਨੂੰ ਮਿਲਿਆ, ਇਹ ਤਾਂ ਇਹ ਤੁਸੀਂ ਮੇਰੇ ਕੋਲ ਆ ਗਏ ਹੋ, ਇਹ ਤਾਂ ਆਪਣੇ ਆਪ ਹੀ ਠੀਕ ਹੋ ਜਾਣਾ।
ਜੇ ਤੁਸੀਂ ਮੇਰੇ ਕੋਲ ਆ ਹੀ ਗਏ ਹੋ, ਮੈਂ ਤੁਹਾਨੂੰ ਬੁਲਾ ਹੀ ਲਿਆ ਆਪਣੀ ਸ਼ਰਨ ਦੇ ਵਿੱਚ, ਇਹ ਤਾਂ ਆਟੋਮੈਟਿਕਲੀ ਠੀਕ ਹੋ ਜਾਣਾ। ਇਹਦੇ ਵਾਸਤੇ ਮੰਗਣ ਦੀ ਕੀ ਲੋੜ ਆ? ਕਹਿੰਦੇ ਉਹ ਚੀਜ਼ ਮੰਗੋ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ, ਜਿਹੜੀ ਪੂਰੀ ਜ਼ਿੰਦਗੀ ਦੇ ਵਿੱਚ ਕੰਮ ਆਵੇ ਤੇ ਮਰਨ ਤੋਂ ਬਾਅਦ ਵੀ ਕੰਮ ਆਵੇ, ਉਹ ਚੀਜ਼ ਮੰਗੋ। ਉਹਨਾਂ ਨੇ ਕਈ ਵਾਰ ਉਦਾਹਰਣ ਵੀ ਦੇਣੀ, ਉਹਨੇ ਕਹਿਣਾ ਗੁਰੂਆਂ ਦੇ ਕੋਲ ਆ ਕੇ ਨਾ ਛਾਵਾਂ ਨਹੀਂ ਮੰਗੀ ਦੀਆਂ, ਪੇੜ ਮੰਗੀ ਦਾ ਪੇੜ। ਉਹ ਪੇੜ ਕੌਣ ਆ? ਗੁਰੂ। ਜਿਹਨੇ ਗੁਰੂ ਮੰਗ ਲਿਆ ਔਰ ਕੋ ਛਾਵਾਂ ਵੀ ਹੈਗੀਆਂ, ਉਹਦੇ ਕੋਲ ਫਲ ਫਰੂਟ ਵੀ ਆ ਗਏ ਔਰ ਕੋ ਸਭ ਕੁਝ ਆ ਗਿਆ ਉਹਦੇ ਕੋਲ, ਉਹਨੂੰ ਫਿਰ ਦੁਬਾਰਾ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ। ਉਹਨੂੰ ਇੱਕੋ ਵਾਰੀ ਐਸਾ ਮੰਗ ਲਓ ਕਿ ਸਾਨੂੰ ਬਾਰ-ਬਾਰ ਮੰਗਣ ਦੀ ਲੋੜ ਨਾ ਪਵੇ। ਬਾਕੀ ਗੁਰੂ ਸਾਹਿਬ ਦਾ ਸ਼ਾਇਦ ਇੰਨਾ ਹੀ ਹੁਕਮ ਸੀ ਅੱਜ ਸਤਸੰਗ ਕਰਨ ਦਾ। ਅਗਲੀ ਵਾਰੀ ਗੁਰੂ ਜੀ ਹੁਕਮ ਕਰਨਗੇ ਫਿਰ ਸੁਣਾਵਾਂਗੇ। ਜੈ ਗੁਰੂ ਜੀ। जय अंकल गुरु बहुत जी। अच्छा है। जय एक गुरु सत्संग जी और सुनाओगे? अंकल। जय गुरु जी बाबा अंकल। ਜੈ ਗੁਰੂ ਜੀ। बाबा अंकल बहुत सुंदर सत्संग तुसी आज शेयर किया है। गुरु परिवार नो बहुत बतेरे मैसेजेस मिले है ते बाकी आने वाले महीने विच तुहाडा जो शेड्यूल है सत्संग का वो ऑलरेडी असी साडी टीम ने बनाया है, वो असी तुहानू दसदे रहांगे टाइम टू टाइम। जरूर बाकी अंकल, ਜਦੋਂ ਮਰਜ਼ੀ ਬੁਲਾਓ, ਸੇਵਾ ਵਿੱਚ ਆ ਜਾਣਾ ਜੀ। जय गुरु जी। जय गुरु जी। बहुत चंगा लगे। मैं थोड़ा परसों गल कर रहे सीगा ते थोड़े घरे भी आना है, एक संगत आई हैगी ते बाकी देखो एक दो आओ दिन तक आओ, आओ। मोस्ट वेलकम, जय मोस्ट वेलकम। जय गुरु जी। ओवर टू यू अमृत आंटी। हाँ जी, नहीं वो आंटी जा रहे हैगे। ਹਾਂਜੀ ਮਨਦੀਪ ਸਿੰਘ ਬਾਵਾ ਅੰਕਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਅੱਛਾ ਸਤਸੰਗ ਸ਼ੇਅਰ ਕੀਤਾ ਤੇ ਤੁਹਾਡੇ ਤੋਂ ਇੱਕ ਸਤਸੰਗ ਹੋਰ ਸੁਣਨਾ ਸੀ ਅੰਕਲ, ਜਿਹੜਾ ਤੁਸੀਂ ਇੱਕ ਵਾਰ ਗੁਰੂ ਜੀ ਕੋਲ, ਗੁਰੂ ਜੀ ਨੇ ਤੁਹਾਨੂੰ ਕਿਹਾ ਸੀ ਜਾਓ ਤੁਸੀਂ, ਪਰ ਤੁਸੀਂ ਬੈਠ ਗਏ ਸੀਗੇ ਕਿ ਅਸੀਂ ਹੋਰ ਬੈਠਣਾ ਚਾਹੁੰਦੇ ਹਾਂ। ਉਹ ਸਤਸੰਗ ਨਹੀਂ ਸੁਣਾਇਆ ਤੁਸੀਂ ਅੱਜ। ਤੁਸੀਂ ਗੁਰੂ ਜੀ ਆਂਟੀ ਕੋਲ ਗੁਰੂ ਜੀ, ਆਂਟੀ ਗੁਰੂ ਜੀ ਜੋ ਹੁਕਮ ਕਰਦੇ ਆ ਨਾ, ਉਹੀ ਸੰਗਤ ਨੂੰ ਸੁਣਾਉਣਾ ਚਾਹੀਦਾ। ਗੁਰੂ जय ਜੀ गुरु जी। ਕਹਿੰਦੇ ਹੁੰਦੇ ਸੀ, ਗੁਰੂ ਜੀ ਕਹਿੰਦੇ ਹੁੰਦੇ ਸੀ ਥੋੜਾ ਸੁਣ ਕੇ ਜਾਓ, ਉਹਦੇ ਤੇ ਅਮਲ ਕਰੋ। ਬਹੁਤ ਸਟੋਰੀਆਂ ਨਹੀਂ ਸੁਣੀ ਦੀਆਂ, ਉਹ ਚੇਤਾ ਹੀ ਭੁੱਲ ਜਾਂਦੀਆਂ, ਜੋ ਪਹਿਲੀਆਂ ਸੁਣੀਆਂ ਉਹ ਭੁੱਲ ਜਾਈਦਾ ਬੰਦਾ। ਫਿਰ ਚਲੋ ਜੋ ਗੁਰੂ ਜੀ ਦੀ ਆਗਿਆ। ਅਗਲੀ ਵਾਰੀ ਸੁਣਾਵਾਂਗਾ ਪੱਕਾ। ओवर टू यू ताया जी। ओवर टू यू ताया जी। जय गुरु जी बाबा। जय गुरु जी। जय गुरु जी सुरेश अंकल। जय गुरु जी अंकल जी। कल कल पापा से हो रहे थी, कल वो आए थे, उनसे बहुत देर चलता रहा सत्संग। आज आप आ गए, और पहले भी एक दो बारी तुम आए तो मेरे से मिस हो गया। वैसे तो जो भी गुरु जी के साथ जो भी हम रहे हैं, गुरु जी के साथ, और जो भी गुरु जी का हुक्म होता है उसके मुताबिक ही हम बात चलती, और गुरु जी अपने आप ही अपने शब्द हमारे मुंह से कहलाते हैं, जो हमारे होंठ हिलाते हैं। और आज जो आपने बोला बिल्कुल ठीक है कि जो भी सत्संग जितना हुक्म हो उतना ही करना चाहिए, क्योंकि हम अगर हम गुरु जी की के कहे हुए आज्ञा के अनुसार ना चलें तो इसका मतलब बहुत बड़ी हम गलती कर रहे हैं। हाँ गुरु जी जी की आज्ञा में रहो, और ये संगत जो हमारे गुरु जी के साथ जुड़ी हुई है, हम आपस में जब आपसे मिले हैं, जब गुरु पापा के थे, तब हम इतने भाग्यशाली हैं कि गुरु जी के साथ जो भी हमने सीखा है, जो हम सच्चाई है, हम वही आगे पेश करते हैं। हमने कभी भी आज तक अपने दिल से कभी भी कोई बात नहीं लगाई कि जो कि किसी को मिसगाइड किया जाए।
यही सबसे बड़ी खूबी है जो हमारे गुरु ने हमको दी है, और वही आज उसी कारण आज हम सबसे प्यार करते हैं, और गुरु जी के प्यार, सबकी संगत को प्यार, अपने गुरु परिवार को अपने साथ लेकर आगे आगे बढ़ रहे हैं। यही सबसे बड़ी गुरु जी की देन है। और वैसे गुरु जी, आपको मालूम है, जो कहते थे, जो गुरु जी पंचकुला से निकले थे, चंडीगढ़ से निकले थे, यही कहकर निकले थे कि अब मैं दिल्ली वालों को ठीक करने जा रहा हूँ। पर बाद में गुरु जी ने भी यही बोला था कि जो तो मैं ठीक करने गया हो, तो उन्होंने मेरे को ही ठीक कर दिया। क्योंकि गुरु जी चाहते थे कि मैं सबकी ईगो को खत्म करूं जो भी है, पर फिर भी किसी हद तक तो चलो ठीक हो गए थे। पर जो आपने बोला है कि गुरु जी से तो बोलते थे कि जी आप, जो मैं देने आया हूँ कोई लेना ही नहीं चाहता। कोई बहुत रेयर था जिन्होंने गुरु जी को इसी हिसाब से समझा और उन्होंने वो ये लिया, और आज वो ही ऐश करे। हम तो शुरू से ही गुरु जी के नतमस्तक होके उनके चरणों में बैठे हैं। उन्होंने हमारे ऊपर अपना अपना हाथ रखा हुआ है, और उनकी हमने बाजू पकड़ के रखी हुई है, और उन्होंने हमारे ऊपर बाजू कर दिया। इसी करके हम आज तक कभी ना कुछ मांगा ना कुछ, गुरु जी की मेहर हमेशा बनी है। वैसे तो जितना भी हमारा गुरु परिवार गुरु जी बना कर गए हुए हैं, वो बहुत प्यारा है। हम तो बार बार यही कहते हैं कि गुरु जी की रहमतें सब पर बरस रही है, पर लेने वाले जो हैं उसको लेते रहे ढंग से, और उनके जो जो वचन है उनके उसके ऊपर अमल करते रहे तो हुआ। क्योंकि गुरुजी यही चाहते थे कि आप जितना भी अपना जाप है, जाप, अपनी सेवा सत्संग में है, वो देखो। और इसी बदौलत मैं सबसे बड़ा क्रेडिट देता हूँ सेवादारों को, जो कि हैं, जो कि उसके कर रहे हैं। और सुरेश वासन एंड पार्टी को मैं सबसे ज्यादा ये दूंगा कि ये दिन रात नए से नए ढंग लेकर चल रहे हैं, नए 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 आइडिया ला रहे हैं। और डालने वाले तो वैसे तो गुरु जी हैं, और वही करा रहे हैं सब कुछ। पर यो आइडिया भी जो आ रहे हैं, जो उसके ऊपर अमल हो रहा है, और संगत देखो कैसे जुड़ रही है। जब आप ये शुरू हुआ था, ये वाला प्लेटफॉर्म इस तरफ, जिस दिन ये नया ये अपना शब्द जो तिरुंगल। पुराने शब्द शुरू किए थे, उस वक्त मैंने देखा था कि 10-15 से ज्यादा संगत नहीं। और आज देखो नियर अबाउट 80-90 के करीब पहुंचनी शुरू हो गई है। क्योंकि अगर हम किसी को कोई अच्छी बात बताएंगे, वो अपने आप ही जुड़ता जाएगा। और बाकी जो भी गुरु जी के साथ जो प्यारे हैं, जो अच्छी बातें सिखाते हैं, हर कोई सीखने को तैयार है। क्योंकि किसी को ये बातें सुनाई नहीं जाती, और ना ही ये किसी कहीं से मिलती है। ये तो जो पुरानी बातें हमने जो सुनी हुई है, और वही आगे पे। इसलिए हम तो गुरु जी का जितना शुक्राना करें उतना कम है, कि उन्होंने ऐसा गुरु हमें मिला हुआ है, जो कि हमारे ऊपर हम हमेशा अपनी मेहर भरा हाथ रखा हुआ, और उसी के अलावा ही अपने गुरु परिवार के ऊपर उनकी मेहर चल रही है, और रहमतें की बारिश हो रही है। इसलिए शुक्राना सभी का जो इस प्लेटफॉर्म से जुड़ रहे हैं। और यहाँ पर अगर आप जो प्लेटफॉर्म पर जुड़ रहा है, उसको हर जो चीजें उन्होंने कभी किताबों में नहीं पढ़ी हो, सुनी पढ़ी होंगी, या कहीं भी होगी, वो आपको वही सुना सकते हैं जो कि गुरु जी के साथ की जो पुराने किताब। और आज भी वही बातें हैं कि जो हम सुन रहे हैं, ये कहीं भी आपको कहीं इसका जिक्र ही नहीं होगा। इसलिए मैं तो गुरु परिवार से यही अरदास करूंगा, यही विनती करूंगा, आप जितना हो सके इस प्लेटफॉर्म पर जुड़ते रहिए, और अपना कल्याण करते रहे। और जितना आप मंत्र जाप करते रहेंगे, उतना ही सबका भला होगा। यही गुरु जी चाहते थे। शुक्राना, शुक्राना और शुक्राना गुरु जी। जय गुरु जी, जय गुरु जी। शुक्राना ताया जी। ओवर टू यू तृप्ता कपूर आंटी। इससे पहले कि हम शुक्राना करें, ओवर टू तृप्ता कपूर आंटी प्लीज। जय गुरु जी। शुक्राना मेरे मालिक, ये आप जी दी रहमत है कि मेरा नाम भी गुरु जी बुलवा देते हैं। कहते हैं माना तेरे रहमो करम से गुरु जी, मैं तेरे दर पे खड़ी हूँ। माना तेरे रहमो करम से गुरु जी,
मैं तेरे दर पे खड़ी हूँ, पर जब जब मैं तेरे दर पर झुकी हूँ, इंसान बनी हूँ। गुरु के बिना गति नहीं है। कहते हैं कि कबीरा ते नर अंध है, गुरु तो कहते और, हरि रूठे गुरु ठौर है, गुरु रूठे नहीं ठौर। संगत जी, ये कबीरदास जी का कहना है कि हम लोग अंधे हैं, हम लोग मूर्ख हैं, जो अपने रब की महिमा को नहीं समझ पाते। अगर रब रूठ गया तो मेरा गुरु हमारा एकमात्र सहारा है, लेकिन अगर हमारा ये सतगुरु, हमारा ये डुगरी वाला देवों का देव महादेव शिव शंभू भोले बाबा जो खुद रब है, अगर वो हमसे रूठ गया तो हमारा तो इस दुनिया में कोई नहीं है। कौन संभालेगा हमें आके? तो रब की महिमा का बखान करना तो शायद पुरानी संगत जिन्होंने रब का दीदार किया हुआ है, वो तो फिर रब की महिमा का गुणगान कर सकते हैं। हमारे से तो एक शब्द भी कहते हैं ना, हमारे जो सच्चाई जो जो कहते हैं ना बखान करना, हमारी जुबान से मुश्किल है। उस मालिक का गुणगान, उसकी महिमा अपरंपार है, वो गाई नहीं जा सकती कभी शब्दों में। तो मेरा रब तो बहुत दयालु है, बहुत दयालु है। वो आज तक कहते हैं ना, हमने तो परमात्मा को पहले दिन रब माना था। जिस दिन मैं बड़े मंदिर गई थी, मैंने जब वो साक्षात दीदार किया था शिवलिंग, मैंने उसी दिन बोल दिया था कि धरती का स्वर्ग बस यही है, मुझे मेरी मंजिल मिल गई। तो मैंने उसी दिन रब माना था। तो शुक्राना करती हूँ उस मालिक का, और शुक्राना करती हूँ सुरेश वासन अंकल का भी। जैसे ताया जी ने बोला कि कहते हैं कर्जदार रहेंगे गुरुजी, कि जिसने जय गुरुजी बोलना सिखा दिया हमें, एहसान चुका नहीं पाएंगे गुरुजी आपका। जिसने ये बड़े मंदिर तीर्थ धाम सजा दिया, आपके दरवाजे पर गुरुजी सिर पर रखना मेहर का हाथ, इतनी सी बस दया करना गुरुजी, कभी ना छूटे तेरा साथ। जय गुरुजी। शुक्राना मेरे मालिक, अनंतम शुक्राना। जय गुरुजी।